ਜਿਹੜੇ ਮੁਲਕ ਦੇ ਨਵੇਂ ਹਾਕਮ ਬਣੇ ਫਿਰਕਾ ਪ੍ਰਸਤ ਹਿੰਦੂ ਕੱਟੜਪੰਥੀ, ਇਹਨਾਂ ਨੇ ਸਰਦਾਰ ਕਪੂਰ ਸਿੰਘ ਜੀ ਨੂੰ ਦੁੱਖ ਦਿੱਤੇ, ਨੌਕਰੀ ਤੋਂ ਕਢਵਾਇਆ। ਜਦੋਂ ਇਹਨਾਂ ਨੂੰ ਇਸ ਤਰੀਕੇ ਨਾਲ ਤੰਗ ਪਰੇਸ਼ਾਨ ਕੀਤਾ ਤਾਂ ਉਹਨਾਂ ਨੇ ਇੱਕ ਇਹਦੇ ਉੱਤੇ ਕਲਮ ਚੱਕ ਕੇ ਜੋ ਕੁਝ ਲਿਖਿਆ, ਸਾਚੀ ਸਾਖੀ ਕਿਤਾਬ ਆ ਜਿਹੜੀ, ਉਹ ਇੱਕ ਇਹੋ ਜਿਹਾ ਸਾਡੇ ਕੌਮ ਲਈ ਦਸਤਾਵੇਜ਼ ਬਣ ਗਿਆ ਕਿ ਜਦੋਂ ਵੀ ਕਿਸੇ ਬੰਦੇ ਨੇ, ਨਵੇਂ ਕਿਸੇ ਸਿੱਖ ਨੇ ਖਾਲਿਸਤਾਨੀ ਸੰਘਰਸ਼ ਦੇ ਵਿੱਚ ਜਾਂ ਪੰਥਕ ਸਫਾਂ 'ਚ ਵਿਚਰਨਾ ਹੁੰਦਾ, ਸਾਡੇ ਵਰਗੇ ਉਹਨੂੰ ਚੱਕ ਕੇ ਪਹਿਲਾਂ ਕਿਤਾਬ ਫੜਾਉਂਦੇ ਆ ਵੀ ਇਹਨੂੰ 5 ਵਾਰੀ ਪੜ੍ਹ, ਨੋਟਸ ਬਣਾ, ਤੈਨੂੰ ਅਕਲ ਆਵੇ ਕਿ ਆਪਣੇ ਨਾਲ ਹੋ ਕੀ ਰਿਹਾ। ਸਰਦਾਰ ਕਪੂਰ ਸਿੰਘ ਜੀ ਦੀਆਂ ਲਿਖੀਆਂ ਹੋਈਆਂ ਗੱਲਾਂ ਜਾਂ ਉਹਨਾਂ ਦੇ ਬੋਲੇ ਹੋਏ ਬਚਨ ਜਿਹੜੇ ਨੇ, ਉਹ ਸਾਡੀ ਕੌਮ ਲਈ ਸਦੀਆਂ ਤੱਕ ਰਾਹ ਰੁਸ਼ਨਾਉਂਦੇ ਰਹਿਣਗੇ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਡਾਕਟਰ ਅੰਬੇਦਕਰ ਦੇ ਨਾਲ ਸਿੱਖ ਧਰਮ ਗ੍ਰਹਿਣ ਕਰਨਾ ਸੀ, ਜਿਹੜਾ ਕਿ ਉਸ ਮੌਕੇ ਦੀ ਅਕਾਲੀ ਲੀਡਰਸ਼ਿਪ ਜਿਹੜੀ ਆ ਉਹ ਮੌਕਾ ਨਹੀਂ ਸੰਭਾਲ ਸਕੀ। ਅਸਲ ਵਿੱਚ ਜਿਹੜਾ ਸਾਨੂੰ ਸਾਰਿਆਂ ਨੂੰ ਰੋਸ ਹੋਣਾ ਚਾਹੀਦਾ, ਉਹ ਉਸ ਮੌਕੇ ਦੇ ਗਾਂਧੀ ਨਹਿਰੂ ਵਰਗੇ ਲੀਡਰਾਂ ਤੇ ਹੋਣਾ ਚਾਹੀਦਾ, ਜਿਨ੍ਹਾਂ ਨੇ ਇਸ ਇਤਿਹਾਸਕ ਵਰਤਾਰੇ ਦੇ ਰਾਹ ਵਿੱਚ ਅੜੰਗੇ ਲਾਏ। 1947 ਮੌਕੇ ਜਿਹੜਾ ਅੰਗਰੇਜ਼ ਸੀ, ਉਹ ਜਦੋਂ ਇੱਥੋਂ ਜਾਣਾ ਚਾਹੁੰਦਾ ਸੀ, ਉਹ ਨਹੀਂ ਸੀ ਚਾਹੁੰਦਾ ਕਿ ਸਿੱਖਾਂ ਨੂੰ ਐਂ ਛੱਡ ਜਾਵੇ, ਤੇ ਚਾਹੁੰਦਾ ਸੀ ਕਿ ਸਿੱਖਾਂ ਦਾ ਕੁਝ ਬਣ ਜਾਵੇ। ਸਰਦਾਰ ਕਪੂਰ ਸਿੰਘ ਜੀ ਦੇ ਜਿਹੜੇ ਬਚਨ, ਜਿਹੜੀਆਂ ਲਿਖਤਾਂ ਉਹਨਾਂ ਦੀਆਂ ਨੇ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਦਾ ਧਿਆਨ ਖਿੱਚਦੀਆਂ ਨੇ। ਖਾਲਿਸਤਾਨ ਦੇ ਸੰਘਰਸ਼ ਨੂੰ ਜਿਹੜਾ ਆਧਾਰ ਤਿਆਰ ਕਰਨ ਵਾਲੀਆਂ ਗੱਲਾਂ ਬਾਤਾਂ ਨੇ ਨਾ, ਉਹ ਸਾਰੀਆਂ ਸਰਦਾਰ ਕਪੂਰ ਸਿੰਘ ਜੀ ਦੇ ਲਿਖਤ ਦੇ ਵਿੱਚੋਂ ਸਾਡੇ ਪੱਲੇ ਪਈਆਂ। ਟੀਵੀ 84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਰਦਾਰ ਕਪੂਰ ਸਿੰਘ ਜੀ ਦਾ ਜਨਮ ਦਿਨ ਹੈਗਾ। ਅੱਜ ਦੇ ਦਿਨ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਚੱਕ ਪਿੰਡ ਦੇ ਵਿੱਚ ਵਿੱਚ ਪੈਦਾ ਹੋਏ ਸੀਗੇ ਸਰਦਾਰ ਦਦਾਰ ਸਿੰਘ ਦੇ ਘਰੇ। ਸਰਕਾਰੀ ਕਾਲਜ ਲਾਹੌਰ ਤੋਂ MA ਦੀ ਡਿਗਰੀ ਕੀਤੀ, ਫਿਰ ਕੈਂਬਰਜ ਯੂਨੀਵਰਸਿਟੀ ਲੰਡਨ ਜਿਹੜਾ ਉੱਥੇ ਪੜ੍ਹੇ, ਤੇ ਉੱਥੇ ਜਿਹੜਾ ਜਗਤ ਪ੍ਰਸਿੱਧ ਫਿਲਾਸਫਰ ਹੈ ਬਰਟਰੰਡ ਰਸਲ, ਉਹ ਉਸ ਮੌਕੇ ਉੱਥੇ ਉਹਨਾਂ ਨੂੰ ਪੜ੍ਹਾਉਂਦਾ ਰਿਹਾ। ਤੇ ਉਹ ਸਰਦਾਰ ਕਪੂਰ ਸਿੰਘ ਜੀ ਦੀ ਲਿਆਕਤ ਤੋਂ ਇੰਨਾ ਪ੍ਰਭਾਵਿਤ ਸੀਗਾ ਕਿ ਉੱਥੇ ਯੂਨੀਵਰਸਿਟੀ ਦੇ ਵਿੱਚ, ਕੈਂਬਰਜ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਨੌਕਰੀ ਅਧਿਆਪਕ ਦੀ ਦੇਣ ਲਈ ਤਿਆਰ ਸੀ। ਪਰ ਸਰਦਾਰ ਜੀ ਨੇ ਕਿਹਾ ਕਿ ਨਹੀਂ, ਪੰਜਾਬ ਪਰਤੇ ਤੇ ਇੱਥੇ ਆ ਕੇ ਉਹਨਾਂ ਨੇ ਆਪਦੇ ਲੋਕਾਂ ਦੇ ਵਿੱਚ ਜਿਉਣਾ ਮਰਨਾ ਚੰਗਾ ਸਮਝਿਆ। ਤੇ ਚੰਗਾ ਹੀ ਹੋਇਆ, ਕਿਉਂਕਿ ਪਹਿਲਾਂ ਉਹਨਾਂ ਨੇ ਜੋ ਇਹ ਪੜ੍ਹਾਈ ਕੀਤੀ ਸੀਗੀ, ਇਹਦੇ ਸਿਰ ਦੇ ਉੱਤੇ ਉਹਨਾਂ ਨੂੰ ਜਿਹੜੀ ਸੀ ਸਰਕਾਰੀ ਨੌਕਰੀ ਮਿਲੀ, DC ਬਣੇ। ਤੇ ਇੱਥੇ ਰਹਿੰਦਿਆਂ ਹੋਇਆਂ ਉਸ ਤੋਂ ਵਧੀਆ ਗੱਲ ਜਿਹੜੀ ਵਾਪਰੀ ਉਹ ਇਹ ਕਿ ਜਿਹੜੇ ਮੁਲਕ ਦੇ ਨਵੇਂ ਹਾਕਮ ਬਣੇ ਫਿਰਕਾ ਪ੍ਰਸਤ ਹਿੰਦੂ ਕੱਟੜਪੰਥੀ, ਇਹਨਾਂ ਨੇ ਸਰਦਾਰ ਕਪੂਰ ਸਿੰਘ ਜੀ ਨੂੰ ਦੁੱਖ ਦਿੱਤੇ, ਨੌਕਰੀ ਤੋਂ ਕਢਵਾਇਆ। ਉਹ ਸਾਰਾ ਕਿੱਸਾ ਸਾਚੀ ਸਾਖੀ ਵਿੱਚ ਲਿਖਿਆ ਹੋਇਆ। ਹੁਣ ਕਈ ਸਰੋਤੇ ਵੀਰ ਸੋਚ ਸਕਦੇ ਆ ਬਈ ਕਿਵੇਂ ਕਾਲੇ ਅੰਗਰੇਜ਼ਾਂ ਨੇ ਜਿਹੜੇ 1947 ਤੋਂ ਬਾਅਦ ਮੁਲਕ ਦੇ ਹਾਕਮ ਬਣੇ, ਉਹਨਾਂ ਨੇ ਸਰਦਾਰ ਕਪੂਰ ਸਿੰਘ ਜੀ ਨਾਲ ਧੱਕਾ ਕੀਤਾ, ਤੇ ਘੁਮਾਣ ਕਹੀ ਜਾਂਦਾ ਕਿ ਬੜਾ ਵਧੀਆ ਹੋਇਆ। ਮੈਂ ਇਹਨੂੰ ਵਧੀਆ ਇਸ ਨੁਕਤੇ ਤੋਂ ਕਹਿਣਾ ਵੀ ਜਦੋਂ ਸਰਦਾਰ ਜੀ ਨੂੰ ਠੋਕਰ ਲੱਗੀ, ਜਦੋਂ ਇਹਨਾਂ ਨੂੰ ਇਸ ਤਰੀਕੇ ਨਾਲ ਤੰਗ ਪਰੇਸ਼ਾਨ ਕੀਤਾ, ਤਾਂ ਉਹਨਾਂ ਨੇ ਇੱਕ ਇਹਦੇ ਉੱਤੇ ਕਲਮ ਚੱਕ ਕੇ ਜੋ ਕੁਝ ਲਿਖਿਆ, ਸਾਚੀ ਸਾਖੀ ਕਿਤਾਬ ਆ ਜਿਹੜੀ, ਉਹ ਇੱਕ ਇਹੋ ਜਿਹਾ ਸਾਡੇ ਕੌਮ ਲਈ ਦਸਤਾਵੇਜ਼ ਬਣ ਗਿਆ ਕਿ ਜਦੋਂ ਵੀ ਕਿਸੇ ਬੰਦੇ ਨੇ, ਨਵੇਂ ਕਿਸੇ ਸਿੱਖ ਨੇ ਖਾਲਿਸਤਾਨੀ ਸੰਘਰਸ਼ ਦੇ ਵਿੱਚ ਜਾਂ ਪੰਥਕ ਸਫਾਂ 'ਚ ਵਿਚਰਨਾ ਹੁੰਦਾ, ਸਾਡੇ ਵਰਗੇ ਉਹਨੂੰ ਚੱਕ ਕੇ ਪਹਿਲਾਂ ਕਿਤਾਬ ਫੜਾਉਂਦੇ ਆ ਵੀ ਇਹਨੂੰ 5 ਵਾਰੀ ਪੜ੍ਹ, ਨੋਟਸ ਬਣਾ, ਤੈਨੂੰ ਅਕਲ ਆਵੇ ਕਿ ਆਪਣੇ ਨਾਲ ਹੋ ਕੀ ਰਿਹਾ। ਸੋ ਸਰਦਾਰ ਕਪੂਰ ਸਿੰਘ ਜੀ ਦਾ ਧਰਤੀ ਉੱਤੇ ਆਉਣਾ, ਪੜ੍ਹਨਾ, ਤੇ ਪੜ੍ਹਨ ਤੋਂ ਬਾਅਦ ਜਿਹੜਾ ਨੌਕਰੀ ਹਾਸਲ ਕਰਨਾ, DC ਲੱਗਣਾ, ਇਹ ਸਾਰਾ ਕੁਝ ਤਾਂ ਸਧਾਰਨ ਸੀ। ਹਜ਼ਾਰਾਂ ਲੋਕ ਨੇ ਜਿਹੜੇ ਜੰਮਦੇ ਆ, ਪੜ੍ਹਦੇ ਆ, ਨੌਕਰੀਆਂ ਕਰਦੇ ਆ, ਤੇ ਸਰਦਾਰ ਜੀ ਵੀ ਉਵੇਂ DC ਬਣ ਕੇ ਆਰਾਮ ਨਾਲ 4 ਨਿਆਣੇ ਪਾਲਦੇ, ਤੇ ਅਖੀਰ
ਆਪਦੀ ਵਧੀਆ ਆਲੀਸ਼ਾਨ ਜ਼ਿੰਦਗੀ ਜਿਉਂ ਕੇ ਨਿਆਣਿਆਂ ਨੂੰ ਸੈੱਟ ਕਰ ਜਾਂਦੇ, ਵਧੀਆ ਨੌਕਰੀਆਂ ਤੇ ਮੁੰਡੇ ਲੱਗੇ ਹੁੰਦੇ, ਕੁੜੀਆਂ ਵਧੀਆ ਵਿਆਹੀਆਂ ਹੁੰਦੀਆਂ, ਤੇ ਫਿਰ ਉਹ ਜੇ ਚਲੇ ਜਾਂਦੇ ਧਰਤੀ ਤੋਂ ਤਾਂ ਸਾਡੇ ਕਿਸ ਅਰਥ ਸੀ। ਅੱਜ ਸਰਦਾਰ ਕਪੂਰ ਸਿੰਘ ਸਾਡੇ ਲਈ ਇਸੇ ਕਰਕੇ ਕੋਈ ਅਰਥ ਰੱਖਦੇ ਆ ਕਿਉਂਕਿ ਉਹਨਾਂ ਦੇ ਅੰਦਰ ਪੰਥ ਲਈ, ਕੌਮ ਲਈ, ਧਰਮ ਲਈ, ਸਿੱਖ ਫਲਸਫੇ ਲਈ ਤੇ ਸਿੱਖਾਂ ਲਈ ਜੋ ਜਜ਼ਬਾ ਸੀਗਾ ਉਹ ਸਾਰੇ ਦਾ ਸਾਰਾ ਸਾਡੇ ਸਾਹਮਣੇ ਆਇਆ। ਜਿਹੜੀਆਂ ਉਹਨਾਂ ਦੀਆਂ ਲਿਖਤਾਂ ਨੇ ਉਹਦੇ ਵਿੱਚੋਂ ਉਹਨਾਂ ਦੇ ਹੋਰ ਮਸਲਿਆਂ ਦੇ ਉੱਤੇ ਵੀ ਬਹੁਤ ਸਾਰੇ ਲੇਖ ਨੇ ਜਿਨ੍ਹਾਂ ਤੋਂ ਲਿਆਕਤ ਉਹਨਾਂ ਦੀ ਜਿਹੜੀ ਆ ਉਹਦਾ ਪਤਾ ਲੱਗਦਾ। ਉਹਨਾਂ ਦੇ ਸੁਭਾਅ ਦੀ ਤਲਖੀ ਆ ਜਿਹੜੀ ਉਹ ਮੈਨੂੰ ਬੜੀ ਪਿਆਰੀ ਲੱਗਦੀ ਹੈ। ਸਰਦਾਰ ਹਰਪਾਲ ਸਿੰਘ ਪੰਨੂ ਨੇ ਜਾਂ ਸਰਦਾਰ ਗੁਰਤੇਜ ਸਿੰਘ ਨੇ ਜਾਂ ਸਰਦਾਰ ਗਜਿੰਦਰ ਸਿੰਘ ਜੀ ਜਿਹੜੇ ਦਲ ਖਾਲਸਾ ਦੇ ਸਾਡੇ ਮੁਖੀ ਹੈ, ਜਾਂ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਨੂੰ ਲੋਕਾਂ ਨਾਲ ਸਾਂਝੇ ਕੀਤਾ। ਲਿਖਤੀ ਤੌਰ ਤੇ ਵੀ ਬਹੁਤ ਸਾਰਾ ਕੁਝ ਆਇਆ ਜਿਹਦੇ ਵਿੱਚ ਸਾਰੇ ਹੀ ਕਹਿ ਦਿੰਦੇ ਆ ਵੀ ਸੁਭਾਅ ਥੋੜਾ ਜਿਹਾ ਅੜਬ ਸੀ, ਅੱਖੜ ਸੀ। ਜਦੋਂ ਉਹ ਇਹੋ ਜਿਹੀ ਗੱਲ ਕਰਦੇ ਆ ਮੈਨੂੰ ਜਦ ਹੀ ਸਰਦਾਰ ਕਪੂਰ ਸਿੰਘ ਜੀ ਦੀ ਜਿਹੜੀ ਤਸਵੀਰ ਆ ਉਹ ਸਾਹਮਣੇ ਮਨ ਦੇ ਆ ਜਾਂਦੀ ਆ ਵੀ ਖੁੱਲਾ ਜਿਹਾ ਕੁੜਤਾ ਪਜਾਮਾ ਤੇ ਅੱਖੜ ਜੀ ਸਿੱਧ ਪੱਧਰੀ ਜੀ ਸਿੱਧੀ ਜੀ ਦਸਤਾਰ ਸਜਾਈ ਹੁੰਦੀ ਸੀ। ਤੇ ਮੈਨੂੰ ਲੱਗਦਾ ਹੁੰਦਾ ਸੀ ਵੀ ਜਿਵੇਂ ਸਾਡੇ ਨਾਨੇ ਦਾਦੇ ਜਾਂ ਹੋਰ ਜਿਹੜੇ ਪਰਿਵਾਰ ਦੇ ਵਿੱਚ ਵਡੇਰੇ ਆ ਉਹਨਾਂ ਵਰਗਾ ਹੀ ਸਾਡਾ ਇਹ ਲਾਡਲਾ ਸਰਦਾਰ ਸੀ ਸਰਦਾਰ ਕਪੂਰ ਸਿੰਘ, ਜਿਹਨੇ ਬਹੁਤ ਵੱਡਾ ਕੰਮ ਕੀਤਾ ਕਿ ਸਾਡੀ ਕੌਮ ਨੂੰ ਜਗਾਇਆ। ਜਗਾਉਣ ਲਈ ਹਰੇਕ ਦਾ ਆਪੋ ਆਪਣਾ ਢੰਗ ਤਰੀਕਾ ਹੁੰਦਾ, ਕੋਈ ਕਿਵੇਂ ਕੌਮ ਦੀ ਸੇਵਾ ਕਰਦਾ। ਪਰ ਸਰਦਾਰ ਕਪੂਰ ਸਿੰਘ ਜੀ ਦੀਆਂ ਲਿਖੀਆਂ ਹੋਈਆਂ ਗੱਲਾਂ ਜਾਂ ਉਹਨਾਂ ਦੇ ਬੋਲੇ ਹੋਏ ਬਚਨ ਜਿਹੜੇ ਨੇ ਉਹ ਸਾਡੀ ਕੌਮ ਲਈ ਸਦੀਆਂ ਤੱਕ ਰਾਹ ਰੁਸ਼ਨਾਉਂਦੇ ਰਹਿਣਗੇ। ਸਾਨੂੰ ਬਹੁਤ ਵੱਡਾ ਇਸ ਗੱਲ ਦਾ ਮਾਣ ਆ ਕਿ ਸਰਦਾਰ ਕਪੂਰ ਸਿੰਘ ਸਾਡੇ ਵਿੱਚ ਹੋਏ ਤੇ ਜਿਨ੍ਹਾਂ ਨੇ ਬਾਕੀ ਸਾਰਿਆਂ ਨਾਲੋਂ ਵੱਖਰਾ ਕੰਮ ਕੀਤਾ। ਲੀਡਰ ਤਾਂ ਅੱਜ ਵੀ ਬਥੇਰੇ ਆ ਤੇ ਲੀਡਰ ਪਹਿਲਾਂ ਵੀ ਬਥੇਰੇ ਸੀ, ਪਰ ਜਿਸ ਤਰੀਕੇ ਨਾਲ ਸਰਦਾਰ ਕਪੂਰ ਸਿੰਘ ਜੀ ਨੇ ਸਾਰੀ ਗੱਲ ਨੰਗੀ ਕੀਤੀ ਆ ਕਿ ਸਾਡੇ ਨਾਲ ਕਿਵੇਂ ਗੋਰਿਆਂ ਦਾ ਸਲੂਕ ਆ, ਕਿਵੇਂ ਸਾਡੇ ਨਾਲ ਮੁਸਲਮਾਨਾਂ ਦਾ ਸਲੂਕ ਆ ਤੇ ਕਿਵੇਂ ਸਾਡੇ ਨਾਲ ਹਿੰਦੂਆਂ ਦਾ ਸਲੂਕ ਆ, ਕਿੱਥੇ ਜਾ ਕੇ ਸਾਡੀ ਕਿਹਦੇ ਨਾਲ ਕਿੰਨੀ ਕੁ ਨੇੜਤਾ ਤੇ ਸਾਡੇ ਨਾਲ ਜਿਹੜਾ ਵੈਰ ਪਾਈ ਬੈਠਾ ਉਹ ਕਿੱਥੋਂ ਪਾਈ ਬੈਠਾ। ਜਾਂ ਸਰਦਾਰ ਭਗਤ ਸਿੰਘ ਜਿਹੜਾ ਹੈ ਉਹਨੂੰ ਅਸੀਂ ਸਿੱਖ ਸ਼ਹੀਦ ਕਿਉਂ ਨਹੀਂ ਕਹਿ ਸਕਦੇ, ਜਾਂ ਇਹੋ ਜਿਹੇ ਬਹੁਤ ਸਾਰੇ ਸਿਧਾਂਤਕ ਮਸਲੇ ਆ ਜਿਹੜੇ ਉਹਨਾਂ ਦੀ ਗੱਲ ਆ। ਬੇਸ਼ੱਕ ਅੱਜ ਨਵੀਆਂ ਖੋਜਾਂ ਹੋ ਰਹੀਆਂ ਨੇ ਉਹਦੇ ਵਿੱਚ ਇਹ ਗੱਲ ਆ ਗਈ ਆ ਕਿ ਜਿਹੜਾ ਇਹ ਗੱਲ ਸਰਦਾਰ ਜੀ ਵੀ ਕਹਿੰਦੇ ਰਹੇ ਨੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਡਾਕਟਰ ਅੰਬੇਦਕਰ ਦੇ ਨਾਲ ਸਿੱਖ ਧਰਮ ਗ੍ਰਹਿਣ ਕਰਨਾ ਸੀ, ਜਿਹੜਾ ਕਿ ਉਸ ਮੌਕੇ ਦੀ ਅਕਾਲੀ ਲੀਡਰਸ਼ਿਪ ਜਿਹੜੀ ਆ ਉਹ ਮੌਕਾ ਨਹੀਂ ਸੰਭਾਲ ਸਕੀ। ਅੱਜ ਨਵੀਆਂ ਖੋਜਾਂ ਨੇ ਇਹ ਸਾਬਤ ਕਰ ਦਿੱਤਾ ਕਿ ਸਰਦਾਰ ਕਪੂਰ ਸਿੰਘ ਜੀ ਬੇਸ਼ੱਕ ਆਪਦੇ ਪੱਖ ਤੋਂ ਗੱਲ ਸੱਚੀ ਲਿਖ ਰਹੇ ਹੋਣ, ਉਹਨਾਂ ਦੀ ਭਾਵਨਾ ਤਾਂ ਇਹੀ ਸੀ ਨਾ ਕਿ ਸਿੱਖੀ ਦਾ ਵਾਧਾ ਹੋ ਜਾਣਾ ਸੀ, ਪਰ ਜਿਹੜਾ ਸਰਦਾਰ ਜੀ ਨੇ ਜ਼ਿਆਦਾ ਜਿਹੜਾ ਗੁੱਸਾ ਉਹ ਅਕਾਲੀ ਲੀਡਰਾਂ ਤੇ ਖਾਸ ਤੌਰ ਤੇ ਸਰਦਾਰ ਕਪੂਰ ਸਿੰਘ ਤੇ ਕੱਢਤਾ। ਹੁਣ ਨਵੇਂ ਮਾਹੌਲ ਦੇ ਵਿੱਚ ਇਹ ਸਮਝਿਆ ਜਾ ਰਿਹਾ ਕਿ ਇਹ ਥੋੜਾ ਜਿਹਾ ਵਾਧਾ ਕਰ ਗਏ ਸਰਦਾਰ ਜੀ। ਅਸਲ ਵਿੱਚ ਜਿਹੜਾ ਸਾਨੂੰ ਸਾਰਿਆਂ ਨੂੰ ਰੋਸ ਹੋਣਾ ਚਾਹੀਦਾ ਉਹ ਉਸ ਮੌਕੇ ਦੇ ਗਾਂਧੀ ਨਹਿਰੂ ਵਰਗੇ ਲੀਡਰਾਂ ਤੇ ਹੋਣਾ ਚਾਹੀਦਾ ਜਿਨ੍ਹਾਂ ਨੇ ਇਸ ਇਤਿਹਾਸਕ ਵਰਤਾਰੇ ਦੇ ਰਾਹ ਵਿੱਚ ਅੜੰਗੇ ਲਾਏ। ਜਾਣੀ ਕਿ ਡਾਕਟਰ ਅੰਬੇਦਕਰ ਤੇ ਉਹਦੇ ਨਾਲ ਦੇ ਸਿੱਖ ਸੱਜਣ ਤੋਂ ਜੇ ਰੁਕੇ ਆ ਤਾਂ ਉਹਦੇ ਲਈ ਮਾਸਟਰ ਤਾਰਾ ਸਿੰਘ ਜਾਂ ਹੋਰ ਅਕਾਲੀ ਲੀਡਰਸ਼ਿਪ ਦਾ ਮਾੜਾ ਮੋਟਾ ਕੋਈ ਜੇ ਦੋਸ਼ ਬਣਦਾ ਵੀ ਹੋਵੇ ਉਹ ਉਹਨਾਂ ਨਹੀਂ ਜਿੰਨਾ ਸਾਨੂੰ ਗਾਂਧੀ ਤੇ ਹੋਰ ਜਿਹੜੇ ਲੋਕ ਸੀ ਉਹਨਾਂ ਤੇ ਗੁੱਸਾ ਹੋਣਾ ਚਾਹੀਦਾ। ਪਰ ਅਸੀਂ ਸਰਦਾਰ ਕਪੂਰ ਸਿੰਘ ਜੀ ਦਾ ਇੰਨਾ ਜ਼ਿਆਦਾ ਭਰੋਸਾ ਕਰਦੇ ਆ ਕਿ ਸਾਨੂੰ ਸਾਰਿਆਂ ਨੂੰ ਇਹੀ ਲੱਗਦਾ ਕਿ ਸਰਦਾਰ ਕਪੂਰ ਸਿੰਘ ਜੀ ਨੇ ਜੋ ਲਿਖਿਆ ਉਹ ਜ਼ਿਆਦਾ ਸਹੀ ਆ ਤੇ ਮਾਸਟਰ ਤਾਰਾ ਸਿੰਘ ਤੇ ਹੋਰ ਅਕਾਲੀ ਲੀਡਰਾਂ ਨੇ ਉਸ ਟਾਈਮ ਅਕਲ ਵਾਲੀ ਗੱਲ ਨਹੀਂ ਕੀਤੀ। ਗੱਲ ਤਾਂ ਸਾਨੂੰ ਇਹ ਵੀ ਚੁੱਭਦੀ ਆ ਜਿਹੜੀ ਉਹਨਾਂ ਨੇ ਸਾਨੂੰ ਦੱਸਿਆ ਅਕਾਲੀ ਲੀਡਰਾਂ ਬਾਰੇ ਕਿ ਇਹਨਾਂ ਨੇ 1947 ਮੌਕੇ ਕੋਈ ਬੰਦਿਆਂ ਵਾਲੀ ਗੱਲ ਨਹੀਂ ਕੀਤੀ। ਜਿਹੜੀ ਸਰਦਾਰ ਜੀ ਇਹ ਗੱਲ ਕਹਿੰਦੇ ਆ ਨਾ ਕਿ ਹਿੰਦੂਆਂ ਨੇ ਰਾਜ ਲੈ ਲਿਆ, ਸਿੰਘ ਰਹਿ ਗਏ ਕਸ਼ਹਿਰਿਆਂ ਜੋਗੇ, ਮਤਲਬ ਕਿ 1947 ਮੌਕੇ ਜਿਹੜਾ ਅੰਗਰੇਜ਼ ਸੀ ਉਹ ਜਦੋਂ ਇੱਥੋਂ ਜਾਣਾ ਚਾਹੁੰਦਾ ਸੀ ਉਹ ਨਹੀਂ ਸੀ ਚਾਹੁੰਦਾ ਕਿ ਸਿੱਖਾਂ ਨੂੰ ਐਂ ਛੱਡ ਜਾਵੇ ਤੇ ਚਾਹੁੰਦਾ ਸੀ ਕਿ ਸਿੱਖਾਂ ਦਾ ਕੁਝ ਬਣ ਜਾਵੇ। ਤੇ ਇਹੋ ਜਿਹੀਆਂ ਗੱਲਾਂ ਇਹੋ ਜਿਹੇ ਤੱਥ ਜਿਹੜੇ ਸੀਗੇ
ਬਈ ਸਿੱਖਾਂ ਨੂੰ 1947 ਮੌਕੇ ਕੁਝ ਮਿਲਦਾ ਸੀ, ਉਹ ਸਰਦਾਰ ਕਪੂਰ ਸਿੰਘ ਜੀ ਤੋਂ ਬਗੈਰ ਸਾਨੂੰ ਹੋਰ ਕਿਸੇ ਪਾਸੋਂ ਨਹੀਂ ਸੀ ਮਿਲਣੇ। ਉਹ ਸਾਰੀ ਇਤਿਹਾਸਕ ਵਾਰਤਾ ਜਿਹੜੀ ਆ ਉੱਤੇ ਚਰਚਾ ਚੱਲਦੀ ਰਹਿੰਦੀ ਆ, ਕਈ ਪੱਖਾਂ ਤੇ, ਕਈ ਤੱਥਾਂ ਦੇ ਉੱਤੇ, ਕਈ ਨੁਕਤਿਆਂ ਦੇ ਉੱਤੇ। ਹੁਣ ਕਈ ਸੱਜਣ ਜਿਹੜੇ ਆ ਉਹ ਆਪਦਾ ਵੱਖਰਾ ਵਿਚਾਰ ਵੀ ਲੈ ਕੇ ਆਏ ਨੇ, ਪਰ ਸਰਦਾਰ ਕਪੂਰ ਸਿੰਘ ਜੀ ਦੇ ਜਿਹੜੇ ਬਚਨ, ਜਿਹੜੀਆਂ ਲਿਖਤਾਂ ਉਹਨਾਂ ਦੀਆਂ ਨੇ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਦਾ ਧਿਆਨ ਖਿੱਚਦੀਆਂ ਨੇ। ਤੇ ਮੈਂ ਹਮੇਸ਼ਾ ਹੀ ਸਾਰੇ ਭਰਾਵਾਂ ਨੂੰ ਜਿਹੜੇ ਮੇਰੇ ਸੰਪਰਕ ਵਿੱਚ ਆਉਂਦੇ ਆ ਉਹਨਾਂ ਨੂੰ ਕਹਿਣਾ ਹੁੰਨਾ ਕਿ ਸਰਦਾਰ ਕਪੂਰ ਸਿੰਘ ਜੀ ਦੀਆਂ ਕਿਤਾਬਾਂ ਦਾ ਸੈੱਟ ਲੈ ਜਾ ਤੇ ਪਹਿਲਾਂ ਇਹਨੂੰ ਟਿਕਾ ਕੇ ਪੜ੍ਹ, ਨੋਟਿਸ ਬਣਾ, ਤਾਂ ਕਿ ਤੈਨੂੰ ਸਮਝ ਲੱਗੇ। ਤੋ ਇਸ ਗੱਲ ਦੀ ਰੋਸ਼ਨੀ ਦੇ ਵਿੱਚ ਜੋ ਕੁਝ ਸਾਨੂੰ ਉਹਨਾਂ ਨੇ ਦਿੱਤਾ ਉਹ ਇਹ ਆ ਕਿ ਖਾਲਿਸਤਾਨ ਦੇ ਸੰਘਰਸ਼ ਨੂੰ ਜਿਹੜਾ ਆਧਾਰ ਤਿਆਰ ਕਰਨ ਵਾਲੀਆਂ ਗੱਲਾਂ ਬਾਤਾਂ ਨੇ ਨਾ, ਉਹ ਸਾਰੀਆਂ ਸਰਦਾਰ ਕਪੂਰ ਸਿੰਘ ਜੀ ਦੇ ਲਿਖਤ ਦੇ ਵਿੱਚੋਂ ਸਾਡੇ ਪੱਲੇ ਪਈਆਂ ਨੇ। ਕਹਿਣ ਤੋਂ ਮਤਲਬ ਇਹ ਕਿ ਕਿਸੇ ਵੀ ਖਾਲਿਸਤਾਨੀ ਦੀ ਤਕਰੀਰ ਜਾਂ ਤਹਿਰੀਰ, ਉਹਦੀ ਚਾਹੇ ਉਹ ਕੋਈ ਲਿਖ ਕੇ ਜਾਂ ਕੋਈ ਬੋਲ ਕੇ ਜਦੋਂ ਗੱਲ ਕਰਨ ਲੱਗੂ ਨਾ ਖਾਲਿਸਤਾਨੀ ਕੋਈ, ਉਹ ਹੋ ਹੀ ਨਹੀਂ ਸਕਦਾ ਕਿ ਸਰਦਾਰ ਕਪੂਰ ਸਿੰਘ ਜੀ ਤੋਂ ਬਿਨਾਂ ਉਹਦਾ ਸਰ ਜੇ। ਸਰਦਾਰ ਕਪੂਰ ਸਿੰਘ ਜੀ ਨੇ ਉਹ ਸਾਰਾ ਕੁਝ ਸਾਨੂੰ ਦਿੱਤਾ ਹੈ ਜਿਹੜਾ ਸਾਡੀ ਨਸਲ ਨੂੰ ਆਉਣ ਵਾਲੇ ਸਮੇਂ ਦੇ ਇਤਿਹਾਸ ਨੂੰ ਪ੍ਰਭਾਵਿਤ ਕਰਦਾ ਰਹੇਗਾ। ਮੈਂ ਫੇਰ ਇਹ ਬੇਨਤੀ ਕਰਦਾ ਕਿ ਸਾਡੇ ਸਰੋਤੇ ਜਿਹੜੇ ਆ ਉਹ ਲਾਜ਼ਮੀ ਸਰਦਾਰ ਕਪੂਰ ਸਿੰਘ ਦੀਆਂ ਲਿਖਤਾਂ ਪੜ੍ਹਨ ਤੇ ਉਹਨਾਂ ਦੇ ਅੰਦਰੋਂ ਉਹਨਾਂ ਨੂੰ ਉਹ ਤੱਤ ਮਿਲੂਗਾ ਜਿਹਦੇ ਨਾਲ ਆਪਾਂ ਧਰਮ ਵਿੱਚ ਵੀ ਪਰਪੱਕ ਹੋਵਾਂਗੇ, ਸਿਧਾਂਤ ਵਿੱਚ ਵੀ ਪਰਪੱਕ ਹੋਵਾਂਗੇ, ਖਾਸ ਤੌਰ ਤੇ ਰਾਜ ਦਾ ਜਿਹੜਾ ਸੰਕਲਪ ਆ ਉਹਦੇ ਨਾਲ ਜੁੜਾਂਗੇ। ਸੋ ਖਾਲਿਸਤਾਨੀ ਸਫਾਂ ਦੇ ਵਿੱਚ ਸਰਦਾਰ ਕਪੂਰ ਸਿੰਘ ਜੀ ਦਾ ਰੁਤਬਾ ਬਹੁਤ ਵੱਡਾ ਹੈ, ਤਾਂ ਸਿੱਖ ਜਗਤ ਵਿੱਚ ਹੀ ਬਹੁਤ ਵੱਡਾ, ਪਰ ਜੋ ਉਹਨਾਂ ਦਾ ਰੁਤਬਾ ਖਾਲਿਸਤਾਨੀ ਸਫਾਂ 'ਚ ਉਹ ਬਹੁਤ ਉੱਚਾ ਸੁੱਚਾ ਆ। ਇਹਦੇ ਨਾਲ ਹੀ ਆਪਾਂ ਅਗਲੀ ਗੱਲ ਕਰੀਏ ਬਈ ਜੇਕਰ ਉਹਨਾਂ ਨੂੰ ਠੋਕਰ ਲੱਗੀ ਤਾਂ ਹੀ ਉਹ ਇਸ ਪਾਸੇ ਆਏ। ਤੇ ਮੈਨੂੰ ਕਦੇ ਕਦੇ ਲੱਗਦਾ ਹੁੰਦਾ ਕਿ ਸਰਦਾਰ ਕਪੂਰ ਸਿੰਘ ਜੀ ਨੇ ਹੋਰ ਬਹੁਤ ਸਾਰਿਆਂ ਲਈ ਇੱਕ ਰਾਹ ਪਾ ਦਿੱਤਾ ਵੀ ਜੇ ਤੁਹਾਡੇ ਨਾਲ ਸਟੇਟ ਧੋਖਾ ਕਰਦੀ ਹੈ, ਜੇ ਸਟੇਟ ਜ਼ੁਲਮ ਕਰਦੀ ਹੈ ਤਾਂ ਤੁਸੀਂ ਕਰਨਾ ਕੀ ਹੈ। ਮੈਨੂੰ ਇਹ ਲੱਗਦਾ ਰਹਿੰਦਾ ਕਿ ਜਨਰਲ ਸਵੇਗ ਸਿੰਘ ਨਾਲ ਜਦੋਂ ਇੰਡੀਅਨ ਸਟੇਟ ਸਿਸਟਮ ਨੇ ਧੱਕਾ ਕੀਤਾ, ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦਿੱਤਾ। ਹਾਲਾਂਕਿ ਸਰਦਾਰ ਕਪੂਰ ਸਿੰਘ ਜੀ ਨੇ ਜਿਵੇਂ ਆਪਦੇ ਸਮੇਂ ਦੇ ਵਿੱਚ ਆਪਦੇ ਫਰਜ਼ ਪੂਰੀ ਤਰ੍ਹਾਂ ਨਿਭਾਏ, ਪਰ ਉਹਨਾਂ ਦੇ ਨਾਲ ਵਧੀਕੀ ਕੀਤੀ ਗਈ, ਉਹਨਾਂ ਨੂੰ ਬੜੇ ਭੈੜੇ ਤਰੀਕੇ ਨਾਲ ਨੌਕਰੀ ਤੋਂ ਬਰਖਾਸਤ ਕੀਤਾ ਗਿਆ। ਬਿਲਕੁਲ ਉਵੇਂ ਹੀ ਜਨਰਲ ਸਵੇਗ ਸਿੰਘ ਜੀ ਨੂੰ ਭਾਵੇਂ ਉਹਨਾਂ ਨੇ ਬੰਗਲਾਦੇਸ਼ ਜਦੋਂ ਬਣਾਇਆ, ਉਹ ਮੁਕਤੀ ਵਹਿਣੀ ਦੇ ਜਾਂ ਹੋਰ ਬਹੁਤ ਸਾਰੇ ਐਕਸ਼ਨਾਂ ਦੇ ਵਿੱਚ ਉਹਨਾਂ ਨੇ ਆਪਦੀ ਮੁਕੰਮਲ ਵਫਾਦਾਰੀ ਭਾਰਤ ਨਾਲ ਰੱਖੀ, ਪਰ ਭਾਰਤੀ ਹਕੂਮਤੀ ਸਿਸਟਮ ਨੂੰ ਇਹ ਸੀ ਵੀ ਇਹ ਸਿੱਖ ਵਾ ਤੇ ਇਹਦੇ ਥਾਂ ਦੇ ਉੱਤੇ ਆਪਾਂ ਕੋਈ ਗੜਬੜ ਕਰੀਏ। ਤੋ ਜਿਹੜਾ ਸਰਦਾਰ ਕਪੂਰ ਸਿੰਘ ਜੀ ਨੇ ਰਾਹ ਜਿਹੜਾ ਧਾਰਨ ਕੀਤਾ ਸੀ ਉਹੀ ਫਿਰ ਜਨਰਲ ਸਵੇਗ ਸਿੰਘ ਨੇ ਅਪਣਾਇਆ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਖੜ ਕੇ ਉਹਨਾਂ ਨੇ ਜੋ ਇਤਿਹਾਸ ਸਿਰਜਿਆ ਉਹ ਫਿਰ ਆਪਣੇ ਆਪ 'ਚ ਕਮਾਲ ਆ। ਸੋ ਸਰਦਾਰ ਕਪੂਰ ਸਿੰਘ ਜੀ ਨੇ ਜਿਸ ਚੀਜ਼ ਦਾ ਵਿਚਾਰਧਾਰਕ ਰਾਹ ਪੈਦਾ ਕੀਤਾ, ਜਾਣੀ ਕਿ ਸਿੱਖ ਕੌਮ ਦੇ ਹੱਕਾਂ ਦੀ ਲੜਾਈ, ਉਹਨੂੰ ਇੱਕ ਰੂਪ ਦਿੱਤਾ, ਉਸੇ ਗੱਲ ਨੂੰ ਅੱਗੇ ਤੋਰਿਆ ਜਨਰਲ ਸਵੇਗ ਸਿੰਘ ਨੇ। ਇਹ ਦੋਨੇ ਹੀ ਸਟੇਟ ਸਿਸਟਮ ਦੇ ਸਤਾਏ ਹੋਏ ਵਿਅਕਤੀ ਸੀ, ਸ਼ਖਸੀਅਤਾਂ ਸੀ। ਤੇ ਆਨੰਦਪੁਰ ਦਾ ਮਤਾ ਜਿਹਦੇ ਉੱਤੇ ਧਰਮ ਯੁੱਧ ਮੋਰਚਾ ਲੱਗਿਆ, ਉਹ ਸਰਦਾਰ ਕਪੂਰ ਸਿੰਘ ਜੀ ਦੇ ਹੀ ਸ਼ਬਦ ਸੀਗੇ। ਸਰਦਾਰ ਕਪੂਰ ਸਿੰਘ ਜੀ ਨੇ ਜਿੱਥੇ ਇਸ ਮਤੇ ਦੇ ਵਿੱਚ ਹੋਰ ਬੜਾ ਕੁਝ ਪਾਇਆ, ਸਭ ਤੋਂ ਜਿਹੜੀ ਅਹਿਮੀਅਤ ਵਾਲੀ ਗੱਲ, ਖਾਲਸਾ ਜੀ ਕੇ ਬੋਲ ਬਾਲੇ। ਅੱਜ ਜਦੋਂ ਇਹੋ ਜਿਹੇ ਫਿਲਾਸਫਰ, ਏਡੇ ਵੱਡੇ ਧਰੰਤਰ ਵਿਦਵਾਨ, ਇਹੋ ਜਿਹੀ ਲਿਆਕਤ ਵਾਲੇ ਸੱਜਣਾ ਨੂੰ ਜਦੋਂ ਚੇਤੇ ਕਰਦੇ ਆ ਤਾਂ ਉਹਨਾਂ ਦੇ ਲਿਖੇ ਹੋਏ ਬਹੁਤ ਸਾਰੇ ਵਚਨ ਬੋਲ ਜਿਹੜੇ ਆ ਉਹ ਦਿਲ ਦਿਮਾਗ ਵਿੱਚ ਖੌਰੂ ਪਾਉਂਦੇ ਆ ਕਿ ਕਿੱਡੀ ਪ੍ਰਤਿਭਾ ਸੀ, ਕਿੱਡਾ ਆਲੀਸ਼ਾਨ ਉਹਨਾਂ ਦਾ ਜਿਹੜਾ ਸੀਗਾ ਜੀਵਨ ਸੀ, ਤੇ ਕਿਵੇਂ ਉਹਨਾਂ ਨੇ ਆਪਦੇ ਆਪ ਨੂੰ ਸਿੱਖੀ ਨੂੰ ਸਮਰਪਿਤ ਕਰੀ ਰੱਖਿਆ। ਤੋ ਸਰਦਾਰ ਕਪੂਰ ਸਿੰਘ ਜਿਹੜੇ ਆ ਉਹਨਾਂ ਤੋਂ ਪ੍ਰਭਾਵਿਤ ਹੋਣਾ ਹਰ ਇੱਕ ਵਿਅਕਤੀ ਲਈ ਬੜਾ ਜ਼ਰੂਰੀ ਆ। ਜਿਵੇਂ ਅਸੀਂ ਕਿਸੇ ਸ਼ਖਸੀਅਤ ਤੋਂ, ਕਿਸੇ ਵਿਅਕਤੀ ਤੋਂ ਕੋਈ ਚੀਜ਼ਾਂ ਸਿੱਖਦੇ ਆ ਤਾਂ ਫਿਰ ਸਾਡੇ ਅੰਦਰ ਆਉਂਦਾ ਕਿ ਅਸੀਂ ਉਹੋ ਜਿਹੇ ਹੋਈਏ। ਮੈਂ ਕਈ ਵਾਰ ਦੇਖਦਾ ਜਿਹੜਾ ਸਰਦਾਰ ਕਪੂਰ ਸਿੰਘ ਸਕੂਲ ਆਫ ਥਾਟ ਆ, ਜਿਹੜੇ ਬਹੁਤ ਸਾਰੇ ਥਿੰਕਰ ਸਾਡੀ ਕੌਮ ਦੇ
ਸਰਦਾਰ ਕਪੂਰ ਸਿੰਘ ਦੀ ਆਈਡੀਓਲੋਜੀ ਜਾਂ ਉਹਨਾਂ ਦੇ ਵਾਂਗੂ ਸੋਚਦੇ ਕਰਦੇ ਆ, ਉਹਨਾਂ ਨਾਲ ਜ਼ਿਆਦਾ ਸਹਿਮਤੀ ਦਰਸਾਉਂਦੇ ਆ। ਉਹਨਾਂ ਦੇ ਸੁਭਾਅ ਦੇ ਵਿੱਚ ਵੀ ਸਰਦਾਰ ਕਪੂਰ ਸਿੰਘ ਵਰਗਾ ਅਣਵੰਗਪੁਣਾ ਹੈਗਾ। ਕਈ ਗੱਲਾਂ ਦੇ ਵਿੱਚ ਉਹ ਉਹਨਾਂ ਵਾਂਗੂ ਹੀ ਸੋਚਦੇ ਆ। ਮੈਂ ਇੱਥੇ ਇੱਕ ਘਟਨਾ ਉਹਨਾਂ ਦੇ ਅਣਵੰਗਪੁਣੇ ਦੀ ਦੱਸਣੀ ਚਾਹੁੰਦਾ ਬਈ ਕਿਸੇ ਸਿੱਖ ਵਿਦਵਾਨ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸੰਬੰਧ ਵਿੱਚ ਕੁਝ ਨਕੰਮੀਆਂ ਜੀਆਂ ਗੱਲਾਂ ਲਿਖ ਛੱਡੀਆਂ, ਜਿਹਦਾ ਖਾਲਸਾ ਪੰਥ ਵਿੱਚ ਬੜਾ ਵਿਰੋਧ ਸੀਗਾ ਤੇ ਉਸ ਮਸਲੇ ਦੇ ਉੱਤੇ ਬਹੁਤ ਬਦਮਗਜੀ ਪੈਦਾ ਹੋਈ। ਹਾਲਾਂਕਿ ਉਸ ਵਿਦਵਾਨ ਦਾ ਵੀ ਪੰਥਕ ਸਫਾਂ ਦੇ ਵਿੱਚ ਕਾਫੀ ਸਤਿਕਾਰ ਸੀ, ਪਰ ਉਹਨੇ ਪਤਾ ਨਹੀਂ ਕਿਸ ਹਿਸਾਬ ਦੇ ਨਾਲ ਗੜਬੜ ਕਰ ਲਈ, ਜੀ ਤੋਂ ਸਿੱਖ ਨਾਰਾਜ਼ ਸੀ। ਪਟਿਆਲੇ ਉਹਦੇ ਸੰਬੰਧ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਜਿੱਥੇ ਉਸ ਵਿਦਵਾਨ ਸੱਜਣ ਦੀਆਂ ਜਿਹੜੀਆਂ ਗੜਬੜਾਂ ਲਿਖੀਆਂ ਹੋਈਆਂ ਸੀ ਲਿਖਤ ਵਿੱਚ ਨੌਵੇਂ ਪਾਤਸ਼ਾਹ ਦੇ ਮੁਤਲਕ, ਉਹਨਾਂ ਦੇ ਉੱਤੇ ਚਰਚਾ ਹੋਣੀ ਸੀਗੀ ਜਾਂ ਜਵਾਬ ਦਿੱਤਾ ਜਾਣਾ ਸੀ, ਤੇ ਉਹ ਵਿਦਵਾਨ ਸੱਜਣ ਨੂੰ ਵੀ ਉੱਥੇ ਸੱਦਿਆ ਹੋਇਆ ਸੀ। ਤੇ ਜਦੋਂ ਸਰਦਾਰ ਜੀ ਨੂੰ ਉੱਥੇ ਸੱਦਿਆ ਗਿਆ ਕਿ ਤੁਸੀਂ ਇਹਦੇ ਨਾਲੋਂ ਵਧੀਆ, ਸਭ ਤੋਂ ਵਧੀਆ ਤੁਸੀਂ ਇਹਦਾ ਜਵਾਬ ਦੇ ਸਕਦੇ ਹੋ, ਤਾਂ ਇਹ ਗੱਲ ਵੀ ਉੱਥੇ ਪ੍ਰਬੰਧਕਾਂ ਨੇ ਕਹਿ ਦਿੱਤੀ ਕਿ ਜੀ ਤੁਸੀਂ ਮਤਲਬ ਪਹਿਲਾਂ ਹੀ ਬੜੀ ਬਦਮਗਜੀ ਪੈਦਾ ਹੋ ਚੁੱਕੀ ਆ, ਬੜਾ ਚੰਗਾ ਸੱਜਣ ਸੀ, ਗੜਬੜ ਬੜੀ ਵੱਡੀ ਕਰ ਚੁੱਕਿਆ, ਥੋੜਾ ਜਿਹਾ ਖਿਆਲ ਨਾਲ ਚੱਲਿਓ। ਤਾਂ ਸਰਦਾਰ ਜੀ ਆਪਦੇ ਨਾਲ ਉੱਥੇ ਜਦੋਂ ਗਏ ਆ, ਪੇਪਰ ਜਿਹੜਾ ਲੈ ਕੇ ਗਏ ਤਿਆਰ ਕਰਕੇ ਉਹ ਤਾਂ ਲੈ ਕੇ ਗਏ ਹੀ, ਪਰ ਇੱਕ ਉਹਨਾਂ ਦੇ ਕੋਲੇ ਹੋਰ ਕਹਿੰਦੇ ਝੋਲਾ ਜਿਹਾ ਲਿਫਾਫਾ ਜਿਹਾ ਸੀਗਾ। ਉਹ ਜਦੋਂ ਉੱਥੇ ਜਾ ਕੇ ਕਾਗਜ਼ ਰੱਖੇ, ਉਹਨਾਂ ਨੇ ਕਾਗਜ਼ ਕੂਜ ਸੈੱਟ ਕਰਦਿਆਂ ਕਰਾਉਂਦਿਆਂ ਨੇ ਫਿਰ ਲੋਕਾਂ ਨੇ ਦੇਖਿਆ ਵੀ ਇੱਕ ਹੋਰ ਨਾਲ ਬੈਗ ਛੋਟਾ ਝੋਲਾ ਜਿਹਾ ਹੈਗਾ, ਉਹਦੇ 'ਚ ਕੀ ਹੋਊਗਾ। ਉਹਦੇ ਵਿੱਚ ਇੱਕ ਉਹਨਾਂ ਨੇ ਅਖਬਾਰ ਦੇ ਕਾਗਜ਼ ਦੇ ਵਿੱਚ ਅਖਬਾਰ 'ਚ ਇੱਟ ਲਪੇਟੀ ਹੋਈ ਸੀ, ਉਹ ਉਹਨਾਂ ਨੇ ਸਟੇਜ ਤੇ ਰੱਖ ਲਈ ਤੇ ਉਹ ਜਿਹੜਾ ਆਪਦਾ ਮੂਹਰੇ ਜਿਹੜਾ ਡਾਇਸ ਪਿਆ ਸੀ ਉਹ ਤੇ ਰੱਖ ਕੇ ਟੇਬਲ ਤੇ ਉਹਨਾਂ ਨੇ ਸੰਗਤਾਂ ਨੂੰ ਮਤਲਬ ਇਹ ਗੱਲ ਕਹੀ ਬਈ ਮੈਂ ਜੋ ਕੁਝ ਅੱਜ ਇੱਥੇ ਨੌਵੇਂ ਪਾਤਸ਼ਾਹ ਦੇ ਮੁਤਲਕ ਬੋਲਣਾ ਉਹ ਮੈਨੂੰ ਪਤਾ ਕਿ ਅੱਖਰ ਅੱਖਰ ਸਹੀ ਤੇ ਸੱਚਾ ਆ, ਤੇ ਜੇ ਕਿਸੇ ਨੇ ਇਹਦੇ ਬਾਰੇ ਕੋਈ ਗੜਬੜ ਕੋਈ ਗਲਤ ਗੱਲ ਕੀਤੀ ਤਾਂ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ। ਉਹਨਾਂ ਦਾ ਇਸ਼ਾਰਾ ਇੱਟ ਵੱਲ ਸੀਗਾ। ਸੋ ਇੰਨਾ ਰੋਸ, ਇੰਨਾ ਗੁੱਸਾ ਸੀ, ਇੰਨਾ ਗੁਰੂ ਨੂੰ ਪਿਆਰ ਸੀਗਾ ਬਈ ਉਹ ਕਹਿੰਦੇ ਵੀ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ ਹੈਗਾ ਕਿ ਤੁਸੀਂ ਨੌਵੇਂ ਪਾਤਸ਼ਾਹ ਜਾਂ ਗੁਰੂ ਸਾਹਿਬਾਨ ਬਾਰੇ ਜਾਂ ਸਿੱਖੀ ਬਾਰੇ ਐਵੇਂ ਅਵਾਤਾਵਾ ਬੋਲਦੇ ਰਹੋ। ਅੱਜ ਸਾਡੇ ਕੋਲ ਇਹੋ ਜਿਹੀਆਂ ਰੂਹਾਂ ਬਹੁਤ ਬਿਰਲੀਆਂ ਹੋਣਗੀਆਂ। ਮੈਨੂੰ ਚੇਤੇ ਆ ਕਿ ਜਦੋਂ ਇੱਕ ਵਾਰੀ ਬਿਸਮਾਦ ਨਾਦ ਅਮਰਜੀਤ ਜਿਹੜਾ ਕਾਮਰੇਡ ਆ, ਉਹਨੇ ਜਦੋਂ ਚ ਪੇਪਰ ਲਿਖਦਾ ਬਾਅਦ ਚੋਂ ਨਿੰਮਣ ਲਾਉਂਦੇ ਪਰਚੇ 'ਚ ਵੀ ਛਪਿਆ ਸੀਗਾ, 21ਵੀਂ ਸਦੀ ਦੇ ਮਨੁੱਖ ਦੇ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਸੰਗਤਾ, ਮਤਲਬ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਲੋੜ ਹੈ ਕਿ ਨਹੀਂ। ਉਹ ਜਦੋਂ ਪਰਚੇ ਤੇ ਰੌਲਾ ਪਿਆ, ਜਵੱਦੀ ਜਿਹੜਾ ਬਾਬਾ ਸੁੱਚਾ ਸਿੰਘ ਵਾਲਾ ਗੁਰਦੁਆਰਾ, ਉੱਥੋਂ ਮਸਲਾ ਵਧਿਆ, ਫਿਰ ਉਹ 'ਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਹੋਰ ਸਿੱਖ ਵਿਦਵਾਨਾਂ ਨੇ ਉਸ ਮਸਲੇ ਉੱਤੇ ਕਾਫੀ ਜ਼ਿਆਦਾ 1994 ਦੀ ਗੱਲ ਆ, ਵਿਵਾਦ ਬਣਿਆ। ਅਖੀਰ ਉਹ ਅਕਾਲ ਤਖਤ ਸਾਹਿਬ ਤੱਕ ਮਸਲਾ ਆਇਆ। ਉਹ ਸਾਰੇ ਮਸਲੇ ਬਾਰੇ ਇੱਕ ਕਿਤਾਬ ਛਪੀ ਹੋਈ ਆ, ਗੁਰਪ੍ਰਸਾਦ ਭਰਮ ਕਾ ਨਾਸ਼, ਉਹ ਪੜ੍ਹਨ ਵਾਲੀ ਆ। ਉਹਦੇ ਵਿੱਚ ਉਹ ਸਾਰਾ ਮਸਲਾ ਕਿਵੇਂ ਨਜਿੱਠਿਆ ਗਿਆ ਉਹਦਾ ਇਤਿਹਾਸ ਆ, ਉਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਵੀ ਛਾਪੀ ਜਾਂਦੀ ਹੈ। ਤੇ ਉੱਥੇ ਜਦੋਂ ਬਹਿਸ ਚੱਲ ਰਹੀ ਸੀ ਤੇ ਉੱਥੇ ਇੱਕ ਨੁਕਤਾ ਜਿਹੜਾ ਉਸ ਅਮਰਜੀਤ ਨੇ ਕਾਮਰੇਡ ਨੇ ਲਿਖਿਆ ਸੀ, ਉਹਦੇ ਉੱਤੇ ਚਰਚਾ ਹੋਣ ਲੱਗੀ। ਪੰਜ ਸਿੰਘ ਸਾਹਿਬਾਨ ਦੀ ਹਾਜ਼ਰੀ ਵਿੱਚ ਅਕਾਲ ਤਖਤ ਸਾਹਿਬ ਦੇ ਸਨਮੁਖ ਜਿਹੜੀ ਉਹ ਬਣਾਈ ਸੀ ਕਮੇਟੀ, ਉਦੋਂ ਜਦੋਂ ਇਹ ਤੇ ਚਰਚਾ ਕਿਤਾਬ ਤੇ ਹੋਈ ਵੀ ਪੰਜ ਕਕਾਰਾਂ ਦੀ ਲੋੜ ਹੈ ਕਿ ਨਹੀਂ, ਕਿਉਂਕਿ ਉਹਨੇ ਲਿਖਿਆ ਸੀਗਾ ਕਿ ਜੇ ਗੁਰੂ ਸਾਹਿਬ ਹੁੰਦੇ ਉਹਨਾਂ ਨੇ ਕਹਿਣਾ ਸੀ ਵੀ ਜੇ ਤੂੰ ਕਿਰਪਾਨ ਨਾ ਵੀ ਪਾਵੇਂ ਸਿੱਖਾਂ ਤਾਂ ਕੋਈ ਗੱਲ ਨਹੀਂ, ਪਰ ਤੂੰ ਆਹ ਗੱਲ ਕਰਦਾ ਹੋਵੇਂ ਤਾਂ ਮੈਨੂੰ ਚੱਲ ਜੂ, ਜੇ ਤੂੰ ਕੜਾ ਪਾਉਣਾ ਤਾਂ ਦਇਆ ਦਾ ਕੜਾ ਪਾ ਲਾ, ਦਾੜੀ ਫਲਾਨੀ ਰੱਖ ਲਾ, ਇਦਾਂ ਦੀਆਂ ਉਹਨੇ ਪੰਜ ਕਕਾਰਾਂ ਨੂੰ ਚੈਲੰਜ ਕੀਤਾ ਹੋਇਆ ਸੀ। ਤੇ ਕਾਮਰੇਡਾਂ ਦੀ ਆਦਤ ਆ ਇਦਾਂ ਦੇ ਕਮਲ ਕੁੱਟਣੇ। ਤੇ ਜਦੋਂ ਇਹ ਸਾਰਾ ਵਰਤਾਰਾ ਚੱਲ ਰਿਹਾ ਸੀਗਾ ਤਾਂ ਸੰਤ ਸਿਪਾਹੀ ਮੈਗਜ਼ੀਨ ਵਾਲੇ ਗਿਆਨੀ ਭਗਤ ਸਿੰਘ ਜੀ ਉੱਠ ਕੇ ਬੜੇ ਰੋਹ ਵਿੱਚ ਉਹਨਾਂ ਨੇ ਇਸ ਗੱਲ ਤੇ ਵੀ ਮੇਰੇ ਅਕਾਲ ਤਖਤ ਸਾਹਿਬ ਦੇ ਸਾਹਮਣੇ, ਮੇਰੇ ਸਾਹਮਣੇ ਮੈਂ ਇਹਨੂੰ ਬਰਦਾਸ਼ਤ ਨਹੀਂ ਕਰ ਸਕਦਾ ਕਿ ਕਕਾਰਾਂ ਦੇ ਉੱਤੇ ਬਹਿਸ ਚੱਲ ਰਹੀ ਹੋਵੇ ਕਿ ਸਿੱਖ ਨੇ ਕਕਾਰ ਪਾਉਣੇ ਆ ਕਿ ਨਹੀਂ ਪਾਉਣੇ। ਤਾਂ ਮੈਨੂੰ ਉਦੋਂ ਜਦੋਂ ਇਹ ਗੱਲ ਮੈਂ ਪੜ੍ਹੀ ਜਾਂ ਮੈਂ ਉਦੋਂ ਦੇਖੀ ਸੁਣੀ ਇਹ ਗੱਲ, ਮੈਨੂੰ ਉਦੋਂ ਸਰਦਾਰ ਕਪੂਰ ਸਿੰਘ ਚੇਤੇ ਆਏ ਕਿ ਐਵੇਂ ਹੀ ਉਹਨਾਂ ਨੂੰ ਗੁੱਸਾ ਆਉਂਦਾ ਹੋਣਾ ਜਦੋਂ ਕੋਈ ਉੱਠ ਕੇ ਸਿੱਖੀ ਦੇ ਬਾਰੇ ਜਾਂ ਸਿੱਖਾਂ ਦੇ ਬਾਰੇ ਨਕੰਮੀਆਂ ਗੱਲਾਂ ਕਰਦਾ ਹੋਊਗਾ। ਤਾਂ ਜਿਹੜਾ ਉਹਨਾਂ ਵਾਲਾ ਦੌਰ ਸੀ ਸਰਦਾਰ ਕਪੂਰ ਸਿੰਘ ਜੀ ਵਾਲਾ ਦੌਰ, ਉਦੋਂ ਕਾਮਰੇਡ ਲਾਣਾ ਜਿਹੜਾ ਸੀਗਾ ਅੱਜ ਵਾਂਗੂ ਨਹੀਂ ਸੀ। ਅੱਜ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਵੀ ਪੜ੍ਹ ਲਿਖ ਜਾਂਦੇ ਆ ਸਾਡੇ ਚ ਉਹਨਾਂ ਨੂੰ ਕਾਮਰੇਡ ਹੀ ਕੀੜਾ ਚੜ ਜਾਂਦਾ। ਉਦੋਂ ਅਜੇ ਇੰਨੀ ਬਿਮਾਰੀ ਨਹੀਂ ਸੀ ਵਧੀ। ਤੇ ਸਰਦਾਰ ਕਪੂਰ ਸਿੰਘ ਅਕਸਰ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਜਿਹੜਾ ਸੰਤ ਸਿੰਘ ਸੇਖੋਂ ਆ
ਇਹ ਜਹੀਨ ਤਾਂ ਬੜਾ, ਅਕਲ ਤਾਂ ਇਹਨੂੰ ਬੜੀ ਹੈ, ਪਰ ਇਸ ਵਿਅਕਤੀ ਨੇ ਸਿੱਖੀ ਦਾ ਬੜਾ ਨੁਕਸਾਨ ਕੀਤਾ। ਜਿਸ ਵੇਲੇ ਸਿੱਖਾਂ ਨੇ ਆਪਦੀ ਹੋਂਦ ਹਸਤੀ ਨੂੰ, ਆਪਦੇ ਪੱਕੇ ਪੈਰੀ ਪੰਜਾਬ 'ਚ ਹੋਣ ਨੂੰ ਉਹ ਮੌਕਾ ਉੱਥੇ ਲਾਉਣਾ ਸੀ, ਉਦੋਂ ਇਹਨੇ ਸਿੱਖ ਬੱਚਿਆਂ ਨੂੰ, ਸਿੱਖ ਨੌਜਵਾਨਾਂ ਨੂੰ ਕਾਮਰੇਡੀ ਦੀ ਲੱਤ ਲਾਤੀ। ਤਾਂ ਸਿੱਖੋਂ ਬਾਰੇ ਜਾਂ ਹੋਰ ਕਾਮਰੇਡੀ ਸੋਚ ਵਾਲਿਆਂ ਬਾਰੇ ਸਰਦਾਰ ਕਪੂਰ ਸਿੰਘ ਜੀ ਬੜੇ ਬੇਬਾਕ ਹੋ ਕੇ ਗੱਲ ਕਰਦੇ ਹੁੰਦੇ ਸੀਗੇ। ਤਾਂ ਸਰਦਾਰ ਕਪੂਰ ਸਿੰਘ ਜਾਂ ਜਨਰਲ ਸਵੇਗ ਸਿੰਘ ਸਮੇਤ ਬੇਅੰਤ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਦੇ ਬਾਰੇ ਦੁਨੀਆ ਭਰ ਦੇ ਵਿੱਚ ਲੋਕ ਜਾਣਦੇ ਆ ਕਿ ਇਹ ਲੋਕ ਜਿਹੜੇ ਨੇ, ਇਹਨਾਂ ਨੂੰ ਇੰਡੀਅਨ ਸਟੇਟ ਸਿਸਟਮ ਨੇ ਜਦੋਂ ਖਪਾਇਆ, ਜਦੋਂ ਸਤਾਇਆ, ਤਾਂ ਫਿਰ ਇਹ ਪੰਥਕ ਸਫਾ ਵੱਲ ਮੁੜੇ। ਤੇ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ ਇੰਡੀਅਨ ਸਟੇਟ ਸਿਸਟਮ ਨੇ ਰੱਜ ਕੇ ਜਲੀਲ ਕੀਤਾ, ਪਰ ਉਹ ਉਧਰ ਹੀ ਭੁਗਤੇ। ਜਿਵੇਂ ਪੰਜਾਬ ਦਾ ਮੁੱਖ ਮੰਤਰੀ ਸਰਜੀਤ ਸਿੰਘ ਬਰਨਾਲਾ ਹੈ। ਸਰਜੀਤ ਸਿੰਘ ਬਰਨਾਲਾ ਜਦੋਂ ਮੁੱਖ ਮੰਤਰੀ ਸੀ 26 ਜਨਵਰੀ 1986 ਨੂੰ, ਇਹਨੂੰ ਪੱਕਾ ਯਕੀਨ ਸੀਗਾ ਕਿ ਰਾਜੀਵ ਗਾਂਧੀ ਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਸਮੇਤ ਹੋਰ ਬਹੁਤ ਐਲਾਨ ਕਰਨੇ, ਨਾ ਤਾਂ ਉਹ ਐਲਾਨ ਹੋਏ ਨਾ ਵਾਸਤੇ। ਇਹ ਐਵੇਂ ਇੱਥੇ ਪੋਸਟਰ ਛਾਪੀ ਬੈਠਾ ਲੋਕ ਸੰਪਰਕ ਵਿਭਾਗ ਵਾਲੇ ਰਾਤ ਨੂੰ ਬੈਠੇ, ਕਿਉਂਕਿ 26 ਨੂੰ ਛੁੱਟੀ ਹੁੰਦੀ ਆ, ਵੀ 27 ਨੂੰ ਸਾਰੇ ਦਫ਼ਤਰਾਂ ਘਰਾਂ ਦੇ ਮੂਹਰੇ ਇਹ ਬੋਰਡ ਲਾਉਣੇ ਆ, ਝੰਡੇ ਗੱਡਣੇ ਆ, ਇਸ਼ਤਿਹਾਰ ਲਾਉਣੇ ਆ ਕਿ ਰਾਜੀਵ ਗਾਂਧੀ ਨੇ ਜਿਹੜੇ ਫੈਸਲੇ ਕੀਤੇ ਆ ਪੰਜਾਬ ਲਈ, ਇਹਨਾਂ ਲਈ ਧੰਨਵਾਦ ਕਰਦੇ ਆ। ਇਹ ਜੇ ਅਕਲ ਵਾਲਾ ਹੁੰਦਾ ਤਾਂ ਉਦੋਂ ਹੀ ਅਸਤੀਫਾ ਦੇ ਦਿੰਦਾ ਵੀ ਮੇਰੇ ਤੋਂ, ਮੈਂ ਨਹੀਂ ਜੀ ਇਹ ਜੀ ਬਰਦਾਸ਼ਤ ਕਰਦਾ। ਇਹਦੇ ਨਾਲੋਂ ਤਾਂ ਜਦੋਂ ਇੱਕ ਮਲਹੋਤਰਾ ਸੀ, ਸ਼ਾਇਦ ਉਹਦਾ ਨਾਂ ਯਾਦ ਜੇ, ਇੱਕ ਰਾਜਪਾਲ ਹੋਇਆ ਜੀ ਪੰਜਾਬ ਦਾ 1991 ਦੇ ਵਿੱਚ, ਜਿਹੜੀਆਂ 21 ਮਈ 1991 ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸੀ, ਉਹਦੇ ਹੁੰਦੇ ਹੋ ਰਹੀਆਂ ਸੀ ਰਾਜਪਾਲ ਦੇ। ਉਸ ਮੌਕੇ ਖਾੜਕੂ ਸਿੰਘਾਂ ਵੱਲੋਂ ਬਾਈਕਾਟ ਦਾ ਸੱਦਾ ਸੀ ਤੇ ਬਹੁਤ ਜਿਹੜੇ ਚੋਣਾਂ ਲੜ ਰਹੇ ਲੋਕ ਸੀ ਉਹਨਾਂ ਦੇ ਉੱਤੇ ਔਖਾ ਸਮਾਂ ਸੀ ਤੇ ਕਤਲ ਹੋ ਰਹੇ ਸੀਗੇ, ਕਿਉਂਕਿ ਜਿਸ ਵੀ ਇਲਾਕੇ ਦੇ ਵਿੱਚ ਕੋਈ ਐਮਐਲਏ ਦੀ ਚੋਣ ਲੜ ਰਿਹਾ ਬੰਦਾ ਮਾਰਿਆ ਜਾਂਦਾ ਸੀ ਉਮੀਦਵਾਰ, ਫਿਰ ਉਸ ਇਲਾਕੇ ਦੀ ਸਾਰੀ ਚੋਣ ਰੱਦ ਹੋ ਰਹੀ ਸੀ ਸਿਸਟਮ ਦੇ ਵਿੱਚ। ਤਾਂ ਉਸ ਦੌਰ ਵਿੱਚ ਕਈ ਕਤਲ ਹੋਏ, ਬਹੁਤ ਉੱਥੇ એનર્ਜੀ ਲੱਗੀ ਹੋਈ ਸਿਸਟਮ ਦੀ। ਤੇ ਐਨ ਲਾਸਟ ਮਿੰਟ ਦੇ ਉੱਤੇ ਜਦੋਂ ਸਵੇਰੋਂ ਲੋਕਾਂ ਨੇ ਵੋਟਾਂ ਪਾਉਣ ਜਾਣਾ ਸੀ 21 ਮਈ ਨੂੰ, 20 ਮਈ ਦੀ ਰਾਤ ਤੱਕ ਵੀ ਇਹ ਸੀ ਕਿ ਵੋਟਾਂ ਪੈਣਗੀਆਂ ਚਾਹੇ ਜਿੰਨੇ ਮਰਜ਼ੀ ਇੱਥੇ ਕੁਝ ਹੋਵੇ, ਪਰ 21 ਮਈ ਨੂੰ ਸਵੇਰੋਂ ਐਲਾਨ ਦਿੱਲੀ ਤੋਂ ਹੋ ਗਿਆ ਕਿ ਜੀ ਹੁਣ ਵੋਟਾਂ ਜਿਹੜੀਆਂ ਕੈਂਸਲ ਕੀਤੀਆਂ ਜਾਂਦੀਆਂ ਨੇ ਪੰਜਾਬ 'ਚ। ਫਿਰ ਜਿਹੜੀਆਂ ਫਰਵਰੀ 'ਚ ਪਈਆਂ 92 'ਚ ਦੇ ਬਿਆਨਤੇ ਦਾ ਰਾਜ ਆਇਆ, ਇਹ ਉਹ ਜਿਹੜੀਆਂ 91 'ਚ ਵੋਟਾਂ ਸੀ ਉਹ ਰੱਦ ਹੋਈਆਂ ਸੀ। ਜਦੋਂ ਇਹ ਗੱਲ ਸੁਣੀ ਤਾਂ ਉਹ ਜਿਹੜਾ ਰਾਜਪਾਲ ਸੀ ਉਹਨੂੰ ਇਸ ਗੱਲ 'ਚ ਬੜੀ ਸ਼ਰਮ ਆਈ, ਹੇਠੀ ਆਈ ਕਿ ਮੈਂ ਡਟ ਕੇ, ਉਹ ਫਿਰ ਇੱਥੇ ਰਿਜ਼ਾਈਨ ਕਰ ਗਿਆ ਸੀਗਾ ਕਿ ਮੈਂ ਨਹੀਂ ਇੱਥੇ ਰਹਿਣਾ ਹੈ। ਸੋ ਇਹੋ ਜਿਹੇ ਬੜੇ ਲੋਕ ਗੈਰ ਸਿੱਖ ਵੀ ਹੋਏ ਆ ਜਿਨ੍ਹਾਂ ਨੇ ਜਦੋਂ ਦੇਖਿਆ ਕਿ ਸਿਸਟਮ ਬੇਕਦਰੀ ਕਰਦਾ, ਉਹ ਦੂਜੇ ਪਾਸੇ ਭੁਗਤ ਗਏ। ਪਰ ਸਾਡੇ ਕਮਾਲ ਦੇ ਕਈ ਇਹੋ ਜਿਹੇ ਹੋਏ ਆ ਸਿੱਖ ਲੀਡਰ ਜਿਨ੍ਹਾਂ ਨੇ ਸਟੇਟ ਤੋਂ ਜੁੱਤੀਆਂ ਖਾਧੀਆਂ ਪਰ ਉਧਰ ਰਹੇ। ਬੜੇ ਸਾਨੂੰ ਟੱਕਰਦੇ ਆ ਸਰਕਾਰੀ ਮੁਲਾਜ਼ਮ ਜਾਂ ਅਫਸਰਸ਼ਾਹੀ ਦੇ ਸਤਾਏ ਹੋਏ, ਸਿਸਟਮ ਦੇ ਸਤਾਏ ਹੋਏ, ਜਿਹੜੇ ਕਹਿਣਗੇ ਕਿ ਸਿੱਖ ਹੋਣ ਦੇ ਨਾਤੇ ਸਾਡੇ ਨਾਲ ਵਾਧਾ, ਸਾਡੇ ਨਾਲ ਵਧੀਕੀ ਹੋਈ ਆ, ਪਰ ਉਹਨਾਂ ਵਿੱਚ ਨਾ ਸਰਦਾਰ ਕਪੂਰ ਸਿੰਘ ਵਾਲੀ, ਨਾ ਜਨਰਲ ਸਵੇਗ ਸਿੰਘ ਵਾਲੀ। ਤੇ ਜਿਵੇਂ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਰਹੇ ਜਨਰਲ ਸਵੇਗ ਸਿੰਘ, ਪਹਿਲੋਂ ਪੰਜਾਬ ਪੁਲਿਸ ਵਿੱਚ ਸੀ, ਦੱਸਦੇ ਆ ਕਿ ਉੱਥੇ ਕਿਸੇ ਨੇ ਅਵਾ ਤਵਾ ਗਲਤ ਕੀਤਾ ਤੇ ਉਹ ਭਾਈ ਸੁਖਦੇਵ ਸਿੰਘ ਸੁੱਖਾ ਸਿਪਾਹੀ ਜਿਹਨੂੰ ਕਹਿੰਦੇ ਸੀ, ਉਹ ਸਿੱਖ ਸਫਾ ਵੱਲ, ਪੰਥਕ ਸਫਾ ਵੱਲ ਮੁੜਿਆ ਹੈ। ਇਵੇਂ ਹੀ ਜਨਰਲ ਜਿਹੜਾ ਸਾਡੇ ਬਾਬਾ ਮਾਨੋ ਚਾਹਲ ਜੀ, ਬਾਬਾ ਮਾਨੋ ਚਾਹਲ ਜਦੋਂ ਫੌਜ ਵਿੱਚ ਸੀ, ਉੱਥੇ ਦੱਸਦੇ ਆ ਵੀ ਕਿਸੇ ਨੇ ਕਕਾਰਾਂ ਦੇ ਬਾਰੇ ਕਿਸੇ ਹਿੰਦੂ ਫਿਰਕਾ ਪ੍ਰਸਤ ਅਫਸਰ ਨੇ ਮਾੜੇ ਬਚਨ ਬੋਲਤੇ ਤੇ ਅਗਲੇ ਨੂੰ ਲੱਗਿਆ ਹੋਣਾ ਵੀ ਇੱਥੇ ਮੇਰੇ ਮੂਹਰੇ ਸਿਪਾਹੀ ਰੈਂਕ ਦਾ ਬੰਦਾ ਜਾਂ ਛੋਟੇ ਰੈਂਕ ਦਾ ਬੰਦਾ ਇਹ ਕੀ ਕਰ ਲੂ। ਪਰ ਬਾਬਾ ਗੁਰਬਚਨ ਸਿੰਘ ਜੀ ਮਾਨੋ ਚਾਹਲ ਨੇ ਉਹਦਾ ਉੱਥੇ ਹੀ ਲੇਖਾ ਪੱਤਾ ਕਰਤਾ, ਭਾਵੇਂ ਉਹਨਾਂ ਨੂੰ ਬਾਅਦ ਵਿੱਚ ਜਿਹੜਾ ਸੀ ਇਹਦੀ ਬੜੀ ਭਾਰੀ ਕੀਮਤ ਉਹਨਾਂ ਦੇ ਹਿਸਾਬ ਨਾਲ, ਔਰ ਉਹ ਨੌਕਰੀ ਜਿਹੜੀ ਸੀ ਛੱਡ ਕੇ ਫਿਰ ਇੱਥੇ ਆ ਕੇ ਗੁਰੂ ਘਰ ਦੀ ਪੰਥ ਦੀ ਸੇਵਾ 'ਚ ਆ ਗਈ। ਸੋ ਬੜੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਸਿੱਖੀ ਨੂੰ ਤਰਜੀਹ ਦਿੱਤੀ ਤੇ ਜਦੋਂ ਇੰਡੀਅਨ ਸਟੇਟ ਸਿਸਟਮ ਨੇ ਉਹਨਾਂ ਨੂੰ ਮਾੜਾ ਕੀਤਾ ਤਾਂ ਉਹ ਇਧਰਲੇ ਪਾਸੇ ਭੁਗਤੇ। ਸੋ ਅੱਜ ਦੇ ਦੌਰ ਵਿੱਚ ਸਰਦਾਰ ਕਪੂਰ ਸਿੰਘ ਜੀ ਦਾ ਇਹ ਬੜਾ ਭਾਰੀ ਸਾਨੂੰ ਇੱਕ ਤਰੀਕੇ ਨਾਲ ਸੰਦੇਸ਼ ਆ ਕਿ ਜੇ ਸਟੇਟ ਸਿਸਟਮ ਤੋਂ ਜੁੱਤੀਆਂ ਖਾਣੀਆਂ ਖਾਈ ਚੱਲੋ
ਪਰ ਤੁਹਾਡਾ ਸਰਨਾ ਤਾਂ ਆ ਜੇਕਰ ਤੁਸੀਂ ਪੰਥ ਪ੍ਰਤੀ ਕੌਮ ਪ੍ਰਤੀ ਆਪਦੇ ਫਰਜ਼ ਨਿਭਾਉਂਦੇ ਹੋ। ਸਰਦਾਰ ਕਪੂਰ ਸਿੰਘ ਕਹਿੰਦੇ ਹੁੰਦੇ ਸੀ ਬਈ ਜੇਕਰ ਸਾਰੇ ਦੇ ਸਾਰੇ ਸਿੱਖ ਵੀ ਲੜਦੇ ਹੋਏ ਮਾਰੇ ਜਾਣ ਤੇ ਦੁਨੀਆ ਨੂੰ ਇਹ ਕਹਿਣ ਜੋਗਾ ਕਰ ਜਾਣ ਕਿ ਇੱਕ ਕੌਮ ਹੋਈ ਆ ਬਈ ਸਿੱਖ ਕੌਮ, 500 ਜਾਂ 550 ਸਾਲ ਧਰਤੀ ਤੇ ਰਹੇ, ਇੱਕ ਵੀ ਬੰਦੇ ਨੇ ਆਪਦੇ ਧਰਮ ਦੇ ਸਿਧਾਂਤਾਂ ਨਾਲ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ ਤੇ ਸਾਰੇ ਦੇ ਸਾਰੇ ਆਪਦੇ ਧਰਮ ਵਿੱਚ ਪਰਪੱਕ ਰਹੇ, ਮਰਿਆਦਾ ਤੇ ਖੜੇ ਰਹੇ। ਕੌਮ ਭਾਵੇਂ ਮਰ ਗਈ ਪਰ ਦੁਨੀਆ ਦੇ ਇਤਿਹਾਸ ਵਿੱਚ ਸਦਾ ਲਈ ਜਿਉਂਦੇ ਹੋ। ਸੋ ਸਰਦਾਰ ਕਪੂਰ ਸਿੰਘ ਏਦਾਂ ਸਾਨੂੰ ਮਤ ਦਿੰਦੇ ਸੀ। ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਸਾਡੇ ਲੀਡਰ ਨੇ ਜਾਂ ਸਾਡੇ ਥਿੰਕਰ ਨੇ, ਉਹ ਸਾਰੇ ਦੇ ਸਾਰੇ ਜਿਹੜੇ ਡਰਾਕਲ ਨੇ, ਉਹ ਹਿੰਦੂ ਸਾਮਰਾਜ ਦੇ ਮੂਹਰੇ ਢੇਰੀ ਹੋਏ ਪਏ ਨੇ। ਤੇ ਜੇਕਰ ਕੋਈ ਨੌਜਵਾਨਾਂ ਦੇ ਵਿੱਚੋਂ ਉਭਾਰ ਆਉਂਦਾ ਪੰਥ ਪ੍ਰਸਤੀ ਦੀ ਭਾਵਨਾ ਤਹਿਤ, ਉਹਨੂੰ ਫਿਰ ਉਹ ਮਾੜਾ ਮੰਨਦੇ ਆ। ਇਹਨਾਂ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਦੁਆਲੇ ਹੋਏ ਨੇ ਵੀ ਭਾਈ ਅਮਰਤਪਾਲ ਸਿੰਘ ਜਿਹੜਾ ਹੈ ਉਹ ਅਜਨਾਲੇ ਜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਉਂ ਲੈ ਕੇ ਗਿਆ। ਇੱਕ ਪਾਸੇ ਤਾਂ ਹਿੰਦੂ ਸ਼ਿਵ ਸੈਨਾ ਵਾਲੇ ਅੱਜ ਇੱਥੇ ਅੰਮ੍ਰਿਤਸਰ ਦੇ ਵਿੱਚ ਵੀ ਪੁਤਲਾ ਜਿਹਾ ਚੱਕੀ ਫਿਰਦੇ ਸੀਗੇ, ਪੁਲਿਸ ਵਾਲਿਆਂ ਨੇ ਭਜਾਏ ਆ ਇੱਥੋਂ। ਆ ਜਿਹੜਾ ਇੱਥੇ 4S ਸਕੂਲ ਆ, ਸੰਤ ਸਿੰਘ ਸੁੱਖਾ ਸਿੰਘ ਸਕੂਲ ਹੈਗਾ, ਉੱਥੇ ਚੌਂਕ ਬਣਿਆ ਹੋਇਆ, ਇੱਥੇ ਉਹ ਪੁਤਲਾ ਜਿਹਾ ਚੱਕੀ ਫਿਰਦੇ ਸੀਗੇ, ਉਹਨਾਂ ਨੇ ਮਾਰ ਕੇ ਡਾਂਗਾ ਭਜਾਤੇ ਪੁਲਿਸ ਵਾਲਿਆਂ ਨੇ। ਪਰ ਉੱਥੇ ਸਿੱਖ ਜਥੇਬੰਦੀਆਂ ਵੀ ਪਹੁੰਚੀਆਂ। ਸੋ ਜਿਹੜਾ ਇਹ ਵਿਵਾਦ ਬਣਾਇਆ ਜਾ ਰਿਹਾ, ਇਹ ਸਿੱਖਾਂ ਦਾ ਆਪਦਾ ਮਸਲਾ। ਜੇਕਰ ਸਿੱਖਾਂ ਨੂੰ ਇਸ ਗੱਲ ਦੇ ਵਿੱਚ ਕੋਈ ਇਤਰਾਜ਼ ਵੀ ਲੱਗੇ ਕਿ ਉੱਥੇ ਜੇ ਆਪਾਂ ਨੂੰ ਗੁਰੂ ਸਾਹਿਬ ਦਾ ਸਰੂਪ ਲੈ ਕੇ ਨਹੀਂ ਸੀ ਜਾਣਾ ਚਾਹੀਦਾ, ਤਾਂ ਭਾਈ ਅਮਰਤਪਾਲ ਸਿੰਘ ਨੂੰ ਸਿੱਖ ਕੌਮ ਆਪਦੇ ਤੌਰ ਦੇ ਉੱਤੇ ਜੋ ਵੀ ਕੁਝ ਕਹਿਣਾ ਹੋਊ ਕਹਿ ਲੂ। ਇਹ ਹਿੰਦੂ ਸ਼ਿਵ ਸੈਨਾ ਵਾਲਿਆਂ ਨੇ, ਕਾਮਰੇਡਾਂ ਨੇ ਜਾਂ ਹੋਰਾਂ ਨੇ ਕੀ ਲੈਣਾ। ਹੈਰਾਨੀ ਦੀ ਗੱਲ ਇਹ ਹੋਈ ਪਈ ਆ, ਜਿਹੜੇ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੇ ਦੁਸ਼ਮਣ ਜਾਂ ਦੋਖੀ ਬਣੇ ਰਹੇ ਨੇ, ਜਿਹੜੇ ਸਿੱਖੀ ਅਤੇ ਸਿੱਖਾਂ ਨੂੰ ਨਿੱਤ ਚੜਾਉਂਦੇ ਆ, ਹਿੰਦੂ ਸ਼ਿਵ ਸੈਨਾ ਵਾਲੇ ਸਭ ਤੋਂ ਘਟੀਆ ਬਿਆਨਬਾਜ਼ੀ ਜਿਹੜੀ ਆ ਗੁਰੂ ਸਾਹਿਬਾਨ ਦੇ ਖਿਲਾਫ, ਸਿੱਖ ਜੁਝਾਰੂਆਂ ਦੇ ਖਿਲਾਫ ਕਰਾਉਂਦੇ ਰਹੇ ਆ। ਤੇ ਇਹ ਸਾਰੇ ਦੇ ਸਾਰੇ ਅੱਜ ਬਹੁਤੇ ਜ਼ਿਆਦਾ ਵੱਡੇ ਬਣੇ ਫਿਰਦੇ ਆ ਵੀ ਸਾਨੂੰ ਬੜਾ ਦੁੱਖ ਆ ਜੀ, ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ ਅਪਮਾਨ ਹੋ ਜਾਣਾ ਸੀ। ਭਾਈ ਜਿੱਥੇ ਹੋਇਆ ਉਹਨਾਂ ਦਾ ਤੁਸੀਂ ਕੀ ਕਰ ਲਿਆ। ਆ ਜਿਹੜੇ ਡੇਰਾ ਸਰਸਾ ਵਾਲੇ ਨੇ, ਮਹਿੰਦਰਪਾਲ ਬਿੱਟੂ ਹੋਣੀ ਜਾਂ ਹੋਰ ਬਹੁਤ ਸਾਰੇ ਲੋਕ, ਇਹਨਾਂ ਨੂੰ ਠੋਕਣ ਲਈ, ਇਹਨਾਂ ਨੂੰ ਸੋਧਣ ਲਈ, ਇਹਨਾਂ ਦੇ ਉੱਤੇ ਕੋਈ ਕਾਰਵਾਈ ਕਾਨੂੰਨੀ ਹੋਈ ਕਰ ਲਓ। ਉਹ ਕਰਵਾਉਣ ਲਈ ਤਾਂ ਬਾਦਲ ਹੁਣਾਂ ਕੋਲੇ ਟਾਈਮ ਨਹੀਂ, ਪਰ ਉਹ ਮਜੀਠੀਆ, ਹਰਸਿਮਰਤ ਕੌਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਚੀਕਾਂ ਮਾਰਨ ਲੱਗੇ ਪਏ ਹੋਏ ਨੇ ਵੀ ਹਾਏ ਹਾਏ ਅਮਰਤਪਾਲ ਸਿੰਘ ਜਿਹੜਾ ਹੈ ਉਹ ਉੱਥੇ ਗੁਰੂ ਸਾਹਿਬ ਦਾ ਸਰੂਪ ਪਾਲਕੀ ਚ ਕਿਉਂ ਲੈ ਕੇ ਗਿਆ। ਖੈਰ, ਅਸੀਂ ਨਾ ਤਾਂ ਇਹ ਕਹਿੰਦੇ ਆ ਕਿ ਬਿਲਕੁਲ ਵਧੀਆ ਹੋਇਆ, ਨਾ ਕਹਿੰਦੇ ਆ ਮਾੜਾ ਹੋਇਆ। ਅਸੀਂ ਤਾਂ ਇਹ ਕਹਿੰਦੇ ਆ ਕਿ ਸਿੱਖ ਕੌਮ ਜਿਹੜੀ ਆ ਉਹਦੇ ਬਚਾਅ ਦਾ ਸਾਧਨ ਖਾਲਿਸਤਾਨ, ਤੇ ਖਾਲਿਸਤਾਨ ਦੇ ਲਈ ਜੇਕਰ ਕੋਈ ਵੀ ਸ਼ਖਸੀਅਤ ਸਾਹਮਣੇ ਆ ਕੇ ਮੈਦਾਨ 'ਚ ਕੰਮ ਕਰਦੀ ਆ, ਸਾਨੂੰ ਉਹਦਾ ਪਹਿਲੀ ਗੱਲ ਤਾਂ ਸਾਥ ਦੇਣਾ ਚਾਹੀਦਾ। ਜੇਕਰ ਸਾਥ ਸਹਿਯੋਗ ਨਹੀਂ ਦੇਣ ਜੋਗੇ ਤਾਂ ਚੁੱਪ ਰਹੋ। ਉਹ ਜੇਕਰ ਇੱਥੇ ਪੰਜਾਬ 'ਚ ਬਹੁਤ ਸਾਰੇ ਸਿੱਖ ਨੌਜਵਾਨ ਆਪਦੇ ਤਰੀਕੇ ਨਾਲ ਸਰਗਰਮ ਨੇ, ਜੇਕਰ ਭਾਈ ਪੁਲਿਸ ਦਾ ਉਹਨਾਂ ਤੇ ਕੋਈ ਸ਼ਿਕੰਜਾ ਕੱਸਿਆ ਜਾਣਾ, ਉਹ ਉਹਨਾਂ ਤੇ ਕੱਸਿਆ ਜਾਣਾ, ਆਪਾਂ ਐਵੇਂ ਚੀਕਾਂ ਮਾਰੀ ਜਾਈਏ। ਜਿਨ੍ਹਾਂ ਨੇ ਹਿੰਮਤ ਕੀਤੀ, ਜੁਰਤ ਕੀਤੀ, ਉਹਨਾਂ ਨੂੰ ਪਤਾ ਹੀ ਆ ਨਾ ਵੀ ਸਾਡੇ ਨਾਲ ਕੀ ਮਾੜੇ ਤੋਂ ਮਾੜਾ ਵਾਪਰ ਸਕਦਾ। ਉਹਨਾਂ ਯੋਧਿਆਂ ਦਾ, ਉਹਨਾਂ ਜੁਝਾਰੂਆਂ ਦਾ ਆਪਦਾ ਜੀਵਨ ਆ, ਉਹ ਆਪਦੇ ਸਿਰ ਤਲੀ ਤੇ ਧਰ ਕੇ ਲੜਦੇ ਮਰਦੇ ਆ, ਤੇ ਆਪਾਂ ਘਰੇ ਬੈਠੇ ਚੀਕਾਂ ਮਾਰੀ ਜਾਈਏ, ਇਹ ਕੋਈ ਬੰਦਿਆਂ ਵਾਲੀ ਗੱਲ ਨਹੀਂ। ਪਰ ਸਾਡੀ ਕੌਮ ਨੂੰ ਪਤਾ ਨਹੀਂ ਕੀ ਬਿਮਾਰੀ ਪਈ ਹੋਈ ਆ। ਉੱਪਰੋਂ YouTube ਚੈਨਲਾਂ ਵਾਲੇ, ਜਦੋਂ ਸਪੋਕਸਮੈਨ ਅਖਬਾਰ ਸ਼ੁਰੂ ਹੋਇਆ ਉਦੋਂ ਪੰਜਾਬ ਨੂੰ, ਪੰਥ ਨੂੰ ਇਉਂ ਲੱਗਣ ਲਾਤਾ ਵੀ ਬਸ ਜੀ ਆ ਗਈ, ਗੱਲ ਬਣ ਗਈ, ਮੀਡੀਆ ਦੀ ਲੋੜ ਹੈ। ਜੋਗਿੰਦਰ ਸਿੰਘ ਇੰਨੇ ਇਮੋਸ਼ਨਲ ਜਿਹੇ ਲੇਖ ਲਿਖਿਆ ਕਰੇ ਵੀ ਸਾਡੇ ਅੱਗੇ ਕਮਲਿਆਂ ਨੇ, ਜਿਨ੍ਹਾਂ ਦੇ ਜਿਹੜੇ ਰਿਸ਼ਤੇਦਾਰਾਂ ਤੋਂ ਅਸੀਂ ਕਦੇ ਉਹ ਪੈਸੇ, ਅਸੀਂ ਉਹਨਾਂ ਦੇ ਜੇਬ ਚੋਂ ਪੈਸੇ ਕੱਢ ਕੇ ਉਹਨਾਂ ਦੇ ਚੰਦੇ ਭਰਾਉਣੇ, ਮੈਗਜ਼ੀਨ ਲਵਾਓ ਜੀ। ਫਿਰ ਅਖਬਾਰ ਦੀ ਬੜੀ ਅਸੀਂ ਬੱਲੇ ਬੱਲੇ ਕੀਤੀ। ਮੈਂ ਖੁਦ ਸਰਦਾਰ ਜੋਗਿੰਦਰ ਸਿੰਘ ਦੇ ਘਰ ਜਾ ਕੇ ਉਹਨੂੰ ਮਿਲਦਾ ਹੁੰਦਾ ਸੀ। ਤੇ ਮੇਰਾ ਇੱਕ ਮਿੱਤਰ ਜਿਹੜਾ ਬਾਅਦ ਵਿੱਚ ਵਿਚਾਰਾ ਸ਼ਿੰਗਾਰ ਸਿਨੇਮਾ ਬੰਬ ਕਾਂਡ ਦੇ ਵਿੱਚ ਵੀ ਫਸ ਗਿਆ, ਹੋਰ ਵੀ ਕਈ ਮੁਕੱਦਮੇ ਬਣਾਤੇ, ਉਹ ਵੀ ਬਹੁਤ ਜਜ਼ਬਾਤੀ। ਅਸੀਂ, ਸਾਡੇ ਵਰਗੇ ਹੋਰ ਬੜੇ ਹੋਣਗੇ। ਤੋਂ ਅਸੀਂ ਜਦੋਂ ਇਹ ਸਪੋਕਸਮੈਨ ਮੈਗਜ਼ੀਨ ਸ਼ੁਰੂ ਹੋਇਆ ਜਾਂ ਅਖਬਾਰ ਹੋਇਆ, ਕਮਲਿਆਂ ਵਾਂਗੂ ਸੰਗਤ ਨੂੰ ਪ੍ਰੇਰਨਾ ਕੀਤੀ। ਪਰ ਨਿਕਲਿਆ ਕੀ ਆ, ਅੱਜ ਉਹ ਸਪੋਕਸਮੈਨ ਅਖਬਾਰ ਭਾਰਤੀ ਮੀਡੀਆ ਬਣਿਆ ਹੋਇਆ। ਇੱਕ ਇੱਥੇ ਪ੍ਰੋ ਪੰਜਾਬ TV ਚੈਨਲ ਬਣਿਆ, ਉਹ ਪ੍ਰੋ ਪੰਜਾਬ ਤਾਂ ਨਹੀਂ ਬਣਿਆ, ਪ੍ਰੋ ਇੰਡੀਆ ਜ਼ਰੂਰ ਬਣ ਗਿਆ। ਸਾਨੂੰ ਸ਼ੁਰੂ 'ਚ ਲੋਕ ਪੁੱਛਿਆ ਕਰਨ ਕਿ ਜੀ ਇਹ ਜਿਹੜੇ ਯਾਦਵਿੰਦਰ ਸਿੰਘ ਹੋਣੀ ਆ, ਵੀ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਠੀਕ ਆ, ਬਾਬੇ ਗੁਰਜਨ ਸਿੰਘ ਮਾਨੋ ਚਾਹਲ ਦੇ ਘਰ ਦੇ ਵਿੱਚ ਪੁਲਿਸ ਪਾਰਟੀ ਬੈਠੀ ਆ,
ਆਪਣਾ ਕੋਈ ਹੋਰ ਪੱਤਰਕਾਰ ਤਾਂ ਜਾਂਦਾ ਨਹੀਂ, ਇਹਨੇ ਜਾ ਕੇ ਪੁਲਿਸ ਨਾਲ ਪੰਗਾ ਲਿਆ। ਤੇ ਇੱਕ ਇੱਥੇ RSS ਦਾ ਸੀਗਾ ਕੋਈ, ਉਹਦੇ ਨਾਲ ਇੰਟਰਵਿਊ ਕੀਤੀ। ਪਹਿਲੋਂ ਬੜਾ ਚੰਗਾ ਲੱਗਿਆ ਵੀ ਬੜੇ ਚੰਗੇ ਕੰਮ ਕਰਦਾ, ਪਰ ਬੜੀ ਜਲਦੀ ਉਹ ਬੰਦੇ ਨੇ ਆਪਦਾ ਰੂਪ ਰੰਗ ਦਿਖਾਇਆ। ਇਹੋ ਜਿਹੇ ਹੋਰ ਨੇ, ਮੈਨੂੰ ਤਾਂ ਜੀ ਕਿਸੇ ਤੋਂ ਕੋਈ ਲੱਭਦਾ ਨਹੀਂ। ਜਿੰਨੇ ਵੀ ਇਹ YouTube ਚੈਨਲਾਂ ਵਾਲੇ ਆ, ਇਹਨਾਂ ਦਿਨਾਂ ਦੇ ਵਿੱਚ ਸਿੱਖ ਕੌਮ ਦੇ ਖਿਲਾਫ ਵਰਤਾਂਤ ਸਿਰਜਣ ਵਿੱਚ ਲੱਗੇ ਹੋਏ ਨੇ ਤੇ ਪੂਰਾ ਰੌਲਾ ਪਾ ਕੇ ਭਾਰਤੀ ਹਾਕਮਾਂ ਨੂੰ ਚੀਕਾਂ ਮਾਰ ਕੇ ਕਹਿ ਰਹੇ ਨੇ ਕਿ ਜਿਹੜੇ ਸਿੱਖ ਨੌਜਵਾਨ ਇਸ ਵੇਲੇ ਪੰਥ ਦੀ ਸੇਵਾ ਲਈ ਉੱਭਰ ਰਹੇ ਨੇ, ਇਹਨਾਂ ਖਿਲਾਫ ਕਾਰਵਾਈ ਕਰੋ, ਨਹੀਂ ਤਾਂ ਪਤਾ ਨਹੀਂ ਕੀ ਬੰਬ ਡਿੱਗ ਪੈਣਾ। ਸੋ ਜਿਹੜਾ ਇਹ ਆਪਦੇ ਆਪ ਨੂੰ ਭਾਰਤੀ ਮੀਡੀਆ ਬਣਾ ਕੇ ਬਹਿ ਗਏ ਆ, ਇਹਨਾਂ ਤੋਂ ਜੇ ਕੋਈ ਆਪਾਂ ਆਸ ਕਰੀਏ, ਕਈ ਸਾਨੂੰ ਇੱਥੇ ਮਤਾਂ ਦਿੰਦੇ ਆ ਕਿ ਜੀ ਤੁਸੀਂ ਹਿਸਾਬ ਨਾਲ ਚੱਲੋ। ਮੈਂ ਕਹਿੰਦਾ ਕਿ ਹੋਰ ਇਸ ਤੋਂ ਵੱਧ ਹਿਸਾਬ ਨਾਲ ਕੀ ਚੱਲਿਆ ਜਾ ਸਕਦਾ। ਅਸੀਂ ਇੱਥੇ ਕੋਈ AK-47 ਚੱਕਣ ਦੇ ਹੋਕੇ ਨਹੀਂ ਦਿੰਦੇ, ਅਸੀਂ ਕਿਸੇ ਨੂੰ ਕਤਲੋਗਾਰਤ ਦੇ ਹੋਕੇ ਨਹੀਂ ਦਿੰਦੇ। ਅਸੀਂ ਸਿਰਫ ਇਹੀ ਕਹਿੰਦੇ ਆ ਕਿ ਹੱਕ ਸੱਚ ਦੀ ਗੱਲ ਕਰੋ, ਸਹੀ ਨੂੰ ਸਹੀ, ਗਲਤ ਨੂੰ ਗਲਤ ਕਹਿ ਦਿਓ। ਪਰ ਇਹੋ ਜਿਹੀ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਕਹਦੇ ਜੀ ਸਾਡੀ ਬੜੀ ਸਿਆਣਪ ਆ, ਅਸੀਂ ਬੜੇ ਅਕਲ ਮੌਤ ਵਾਲੇ ਆ ਜੀ, ਸਾਨੂੰ ਬੜਾ ਪਤਾ ਆ ਜੀ। ਤੇ ਪਰ ਅਸੀਂ ਇਹ ਗੱਲਾਂ ਜੀ ਸਟੇਜ ਤੇ, ਅਸੀਂ ਜੀ ਮਾਈਕ ਤੇ, ਅਸੀਂ ਕੈਮਰੇ ਤੇ ਨਹੀਂ ਇਹ ਗੱਲ ਪੇਸ਼ ਕਰ ਸਕਦੇ। ਹੁਣ ਇੱਕ ਪਾਸੇ ਤਾਂ ਸਾਡੇ ਸਾਹਮਣੇ ਸਰਦਾਰ ਕਪੂਰ ਸਿੰਘ ਵਰਗੇ ਤੇ ਜਨਰਲ ਸਵੇਗ ਸਿੰਘ ਵਰਗੇ ਆ, ਜਿਨ੍ਹਾਂ ਨੂੰ ਇੰਡੀਅਨ ਸਟੇਟ ਨੇ ਜੇ ਠੋਕਰ ਮਾਰੀ ਤਾਂ ਉਹ ਪੰਥ ਨੂੰ ਸਮਰਪਿਤ ਹੋ ਗਏ। ਦੂਜੇ ਪਾਸੇ ਆ ਇੱਕ GVS ਸਿੱਧੂ ਦੀ ਕਿਤਾਬ ਆਈ ਆ, ਆਈ ਤਾਂ ਪਿਛਲੇ ਸਾਲ ਦੀ ਹੋਈ ਹੈ। ਇਹਦੀਆਂ ਇੰਟਰਵਿਊਆਂ ਬੜੀਆਂ ਚੱਲਦੀਆਂ ਨੇ, ਖਾਲਿਸਤਾਨ ਦੀ ਸਾਜ਼ਿਸ਼। ਇਹ ਬੰਦਾ ਕਹਿੰਦਾ, ਇਹ ਸਵਰਨ ਸਿੰਘ ਹੁੰਦੇ ਸੀ ਸਾਡੇ ਇੱਥੇ ਇੱਕ ਮੰਤਰੀ ਰਹੇ ਆ, ਕਾਫੀ ਲੰਬਾ ਚੌੜਾ ਇਹਨਾਂ ਦਾ ਓੜਮਾ ਕੋੜਮਾ ਸਾਰਾ ਹੀ ਕਾਫੀ ਚਰਚਿਤ ਜਾਂ ਜਿਹੜਾ ਹੈਗਾ ਪਰਿਵਾਰ। ਇਸ GVS ਸਿੱਧੂ ਨੇ ਇਸ ਕਿਤਾਬ ਦੇ ਵਿੱਚ ਇਹ ਗੱਲ ਆਖੀ ਆ ਕਿ ਖਾਲਿਸਤਾਨ ਦਾ ਹਊਆ ਖੜਾ ਕਰਕੇ, ਸੰਤ ਭਿੰਡਰਾਂ ਵਾਲਿਆਂ ਨੂੰ ਉਭਾਰ ਕੇ ਤੇ ਹੋਰ ਬੜਾ ਕੁਝ ਕਰਕੇ 1985 ਦੀ ਇਲੈਕਸ਼ਨ ਜਿੱਤਣੀ ਚਾਹੁੰਦੇ ਸੀ ਕਾਂਗਰਸ ਵਾਲੇ ਤੇ ਇੰਦਰਾ ਗਾਂਧੀ ਹੁਣੀ, ਤੇ ਗੱਲ ਉਹਨਾਂ ਤੋਂ ਸੰਭਲੀ ਨਹੀਂ ਤੇ ਗੱਲ ਵਿਗੜ ਗਈ। ਤੇ ਇਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਫਿਰ ਮਨੁੱਖਤਾ ਦਾ ਘਾਣ ਹੋ ਗਿਆ। ਤੇ ਹੁਣ ਆਪਾਂ ਗੱਲ ਨੂੰ ਨਿਬੇੜੀਏ ਬਈ ਜਿਹੜੇ ਬੰਦੇ ਮਾਰੇ ਗਏ ਉਹਨਾਂ ਸਾਰਿਆਂ ਨੂੰ ਮਾਨਸਿਕ ਤੌਰ ਦੇ ਉੱਤੇ ਤਸੱਲੀ ਲੋਕਾਂ ਨੂੰ, ਉਹਨਾਂ ਦੇ ਵਾਰਸਾਂ ਨੂੰ ਮਿਲ ਜੂ, ਆਪਾਂ ਐ ਕਰ ਲਈਏ ਉਹ ਕਰ ਲਈਏ। ਸੋ ਖਾਲਿਸਤਾਨ ਇੱਕ ਸਾਜ਼ਿਸ਼ ਹੈ, ਖਾਲਿਸਤਾਨ ਉਵੇਂ ਦੀ ਕੋਈ ਚੀਜ਼ ਨਹੀਂ ਜਿਹੋ ਜਿਹੀ ਮਤਲਬ ਲੋਕ ਜਾਂ ਸਿੱਖ ਸਮਝਦੇ ਆ। ਇਹਨੇ ਮੱਤ ਦਿੱਤੀ। ਇਹ ਕਹਿੰਦਾ ਕਿ ਜਦੋਂ ਮੈਨੂੰ ਪਤਾ ਲੱਗਿਆ ਕਿ ਖਾਲਿਸਤਾਨ ਦਾ ਹਊਆ ਖੜਾ ਕਰਾਉਣ ਦੇ ਵਿੱਚ ਜਿਹੜਾ ਸਟੇਟ ਦਾ ਸਿਸਟਮ ਹੈ, ਜਿਹਦੇ ਵਿੱਚ ਵੱਡੇ ਵੱਡੇ ਮੰਤਰੀ ਸੰਤਰੀ ਲੱਗੇ ਹੋਏ ਆ, ਵੀ ਮੈਂ ਉਹਨਾਂ ਦਾ ਇੱਕ ਟੂਲ ਬਣਿਆ ਹੋਇਆ, ਮੈਂ ਉਹਦੇ ਵਿੱਚ ਤੁਰਿਆ ਫਿਰਦਾ, ਕਦੇ ਕੈਨੇਡਾ ਕਦੇ ਕਿਸੇ ਹੋਰ ਥਾਂ ਤੇ, ਵੀ ਮੈਂ ਆ ਕੇ ਰਾਜ ਹੁੰਦਾ ਸੀ ਉਦੋਂ, ਰਾਜ ਜਿਹੜੀ ਭਾਰਤ ਦੀ ਖੂਫੀਆ ਏਜੰਸੀ ਆ। ਤੇ ਕਹਿੰਦਾ ਵੀ ਮੈਂ ਆਪਦੇ ਹੈੱਡ ਨੂੰ, ਮੁਖੀ ਨੂੰ ਆਖਿਆ ਕਿ ਜੀ ਮੇਰੇ ਤੋਂ ਇਹ ਨਹੀਂ ਹੋ ਰਿਹਾ ਤੇ ਮੈਨੂੰ ਬਖਸ਼ੋ ਇਸ ਗੱਲ ਚੋਂ। ਤੇ ਫਿਰ ਮੈਨੂੰ ਉਹਨਾਂ ਨੇ ਇਹ ਹੋਰ ਤਰੀਕੇ ਦੀਆਂ ਜ਼ਿੰਮੇਵਾਰੀਆਂ ਦੇਤੀਆਂ। ਹੁਣ ਇੱਕ ਪਾਸੇ ਤਾਂ ਇਹ ਗੱਲ ਅੱਜ ਲਿਖ ਕੇ ਕਹਿੰਦਾ ਹੈਗਾ ਕਿ ਮੈਨੂੰ ਮੇਰੇ ਤੋਂ ਝਾਲ ਨਹੀਂ ਝੱਲੀ ਗਈ, ਮੇਰੇ ਤੋਂ ਐ ਹੋ ਗਿਆ। ਤੇ ਭਾਈ ਜਿਹੜਾ ਸਰਦਾਰ ਕਪੂਰ ਸਿੰਘ ਸੀਗਾ, ਉਹਨੇ ਤਾਂ ਫਿਰ ਚਿੱਠੀ ਜ਼ਾਹਿਰ ਕਰਤੀ ਸੀਗੀ ਕਿ ਜਿਹਦੇ ਵਿੱਚ ਲਿਖਿਆ ਹੋਇਆ ਸੀਗਾ ਕਿ ਸਿੱਖ ਜਿਹੜੇ ਆ ਜਰਾਇਮ ਪੇਸ਼ਾ ਕੌਮ ਆ ਤੇ ਇਹਨਾਂ ਨਾਲ ਬੁਰੀ ਕੀਤੀ ਜਾਵੇ। ਜੇ ਵਾਕਿਆ ਹੀ GVS ਸਿੱਧੂ ਵਿੱਚ ਪੰਥ ਪ੍ਰਸਤੀ ਹੁੰਦੀ ਤਾਂ ਉਦੋਂ ਹੀ ਉਹ ਸਾਰੀ ਗੱਲ ਨੰਗੀ ਕਰਦਾ ਕਿ ਸਿੱਖੋ ਸੰਭਲ ਜੋ, ਤੁਸੀਂ ਲਾਇਆ ਧਰਮ ਯੁੱਧ ਮੋਰਚਾ ਪੰਜਾਬ ਦੇ ਹੱਕਾਂ ਲਈ, ਪਰ ਇਹ ਖਾਲਿਸਤਾਨ ਦਾ ਹਊਆ ਖੜਾ ਕਰਕੇ ਭਿੰਡਰਾਂ ਵਾਲੇ ਸੰਤਾਂ ਨੂੰ ਉਭਾਰ ਕੇ ਸੰਤਾਂ ਨੂੰ ਹੀ ਵਾਰਨ ਕਰ ਦਿੰਦਾ। ਕੋਈ ਲਿਖਤੀ ਲਿਖ ਦਿੰਦਾ, ਹੋਰ ਨਹੀਂ ਤਾਂ ਕੋਈ ਤਾਂ ਅਮਲ ਕਰਦਾ ਜੇ ਸੱਚੀ ਗੱਲ ਹੁੰਦੀ। ਪਰ ਅੱਜ ਦੀ ਤਰੀਕ ਵਿੱਚ ਤਾਂ ਸਾਨੂੰ ਇਉਂ ਲੱਗਦਾ ਵੀ ਤੂੰ ਭਾਈ ਰਿਟਾਇਰ ਬੇਸ਼ੱਕ ਹੋ ਗਿਆ ਨੌਕਰੀ ਤੋਂ, GVS ਸਿੱਧੂ ਸਾਹਿਬ ਰਿਟਾਇਰ ਹੋਣ ਦੇ ਬਾਵਜੂਦ ਤੁਸੀਂ ਰਿਟਾਇਰ ਨਹੀਂ, ਤੁਸੀਂ ਅੱਜ ਵੀ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਪਾਉਣ ਦੀ ਨੌਕਰੀ ਕਰ ਰਹੇ ਹੋ, ਡਿਊਟੀ ਕਰ ਰਹੇ ਹੋ ਕਿ ਖਾਲਿਸਤਾਨ ਦੇ ਰਾਹੋਂ ਮੁੜ ਜਾਓ ਸਿੱਖੋ। ਜਦੋਂ ਕਿ ਇਸ ਵੇਲੇ ਤਾਂ ਗੱਲ ਇਹ ਆ ਕਿ ਇੱਥੇ ਆਏ ਦਿਨ ਚੀਕਾਂ ਪੈਂਦੀਆਂ ਭਾਰਤੀ ਮੀਡੀਆ ਦੀਆਂ, ਲੀਡਰਾਂ ਦੀਆਂ ਕਿ ਹਾਏ ਖਾਲਿਸਤਾਨ ਵੱਧ ਰਿਹਾ ਜੀ, ਹਾਏ ਵਿਦੇਸ਼ਾਂ 'ਚ ਖਾਲਿਸਤਾਨੀ ਹਮਾਇਤ ਵੱਧ ਰਹੀ ਹੈ। ਤੋ ਜਿਹੜਾ ਇਹ ਕਹਿਣਾ ਕਿ ਸਾਰੀ ਦੀ ਸਾਰੀ ਜਿਹੜੀ ਇਹ ਵਿਉਂਤਬੰਦੀ ਸੀ, ਇਹ ਤਾਂ ਸਾਜ਼ਿਸ਼ ਸੀਗੀ, ਇਹ ਤਾਂ ਸਿੱਖਾਂ ਨੂੰ ਭੜਕਾ ਕੇ
ਸਿੱਖਾਂ ਨੂੰ ਦੁਨੀਆ ਭਰ ਦੀ ਨਜ਼ਰ ਵਿੱਚ ਗਲਤ ਦਰਸਾ ਕੇ ਭਾਰਤ ਦੀਆਂ ਇਲੈਕਸ਼ਨਾਂ 1985 ਵਾਲੀਆਂ ਜਿੱਤਣ ਦੀ ਇੱਕ ਵਿਉਂਤ ਸੀ। ਇਹ ਗੱਲ ਚਾਹੇ ਜਿੰਨੀ ਮਰਜ਼ੀ ਸੱਚੀ ਤੇ ਸਹੀ ਹੋਵੇ, ਪਰ ਅੱਜ ਦੀ ਤਰੀਕ ਵਿੱਚ ਸਿੱਖਾਂ ਨੇ ਜੋ ਕੁਝ ਝੱਲ ਲਿਆ ਹੈ, ਹੁਣ ਖਾਲਿਸਤਾਨ ਤੋਂ ਬਗੈਰ ਗੁਜ਼ਾਰਾ ਨਹੀਂ ਹੈ। ਸੋ ਇਸ ਖਾਲਿਸਤਾਨ ਦੇ ਸੰਘਰਸ਼ ਵਿੱਚ ਇੱਕ ਗੱਲ ਹੈ, ਬੜੇ ਆਗੂ ਆਏ ਜਿਨ੍ਹਾਂ ਨੂੰ ਸਾਰਿਆਂ ਨੂੰ ਬਦਨਾਮ ਕੀਤਾ ਗਿਆ। ਕੋਈ ਵਿਰਲਾ ਹੀ ਬਚਿਆ ਹੋਣਾ ਜਿਹਦੇ ਖਿਲਾਫ ਕੋਈ ਨਾ ਕੋਈ ਗੱਲ ਨਾ ਕਿਸੇ ਨੇ ਕਹੀ ਹੋਵੇ, ਪਰ ਸਹੀ ਕਿਹੜਾ ਤੇ ਗਲਤ ਕਿਹੜਾ ਉਹ ਇਤਿਹਾਸ ਨੇ ਨਖੇੜਾ ਕਰ ਦੇਣਾ ਹੁੰਦਾ। ਪਿਛਲੇ ਖਾੜਕੂ ਸੰਘਰਸ਼ ਦੌਰਾਨ ਬੜਾ ਕੁਝ ਦੇਖਿਆ ਅਸੀਂ। ਉਹ ਸ਼ਖਸੀਅਤਾਂ, ਉਹ ਆਗੂ ਜਿਹੜੇ ਸਭ ਤੋਂ ਮੋਹਰੀ ਹੁੰਦੇ ਸੀ, ਉਹਨਾਂ ਨੂੰ ਡਿੱਗਦੇ ਵੀ ਦੇਖਿਆ, ਤੇ ਅਸੀਂ ਜਿਵੇਂ ਭਾਈ ਦਲਜੀਤ ਸਿੰਘ ਬਿੱਟੂ ਨੇ ਆਪਦੀ ਕਿਤਾਬ 'ਚ ਲਿਖਿਆ, ਉਹਨਾਂ ਨੂੰ ਨਿਭਾਉਂਦਿਆਂ ਵੀ ਦੇਖਿਆ, ਬੰਦ ਕਟਾਉਂਦਿਆਂ ਨੂੰ ਵੀ ਦੇਖਿਆ, ਜਿਨ੍ਹਾਂ ਤੇ ਯਕੀਨ ਨਹੀਂ ਸੀ ਸ਼ਾਇਦ ਡੋਲ ਜਾਣ, ਇਹ ਗੱਲ ਸੀ। ਸੋ ਇਹੋ ਜਿਹੀਆਂ ਲਿਖਤਾਂ ਲਿਖਣ ਵਾਲੇ ਜੀਵੀਐਸ ਸਿੱਧੂ ਨੂੰ ਅਸੀਂ ਤਾਂ ਮੰਨਦੇ ਜੇ ਉਹ ਜਨਰਲ ਸਵੇਗ ਸਿੰਘ ਵਾਂਗ ਜਾਂ ਸਰਦਾਰ ਕਪੂਰ ਸਿੰਘ ਵਾਂਗ ਕੋਈ ਗੱਲ ਕਰਕੇ ਦਿਖਾਉਂਦਾ। ਹੁਣ ਸਾਰੀ ਨੌਕਰੀ ਕਰਨ ਤੋਂ ਬਾਅਦ ਆਪਦਾ ਜਿਹੜਾ ਹੈਗਾ ਕਹਿਣਾ ਕਿ ਜੀ ਮੈਨੂੰ ਤਾਂ ਉਦੋਂ ਪਤਾ ਸੀਗਾ, ਈਦ ਪਿੱਛੋਂ ਤੰਬਾ ਫੂਕਣ ਵਾਲੀ ਗੱਲ ਆ। ਸੋ ਜਿਹੜਾ ਸੰਘਰਸ਼ ਆ ਉਹਨੇ ਬੁਲੰਦ ਰਹਿਣਾ। ਸਰਦਾਰ ਕਪੂਰ ਸਿੰਘ ਜੀ ਵਰਗਿਆਂ ਨੇ ਜੋ ਸਾਨੂੰ ਸੇਧ ਦਿੱਤੀ ਆ, ਜੋ ਮੱਤ ਦਿੱਤੀ ਆ, ਜਿਹਦੇ ਉੱਤੇ ਚੱਲ ਕੇ ਜਨਰਲ ਸਵੇਗ ਸਿੰਘ ਵਰਗਿਆਂ ਨੇ ਸੰਤ ਭਿੰਡਰਾਂ ਵਾਲਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਇਤਿਹਾਸ ਸਿਰਜਿਆ, ਬਿਲਕੁਲ ਉਸ ਚੀਜ਼ ਦੇ ਖਿਲਾਫ ਆ ਕਿਤਾਬ ਆ ਖਾਲਿਸਤਾਨ ਦੀ ਸਾਜ਼ਿਸ਼ ਜਿਹੜੀ ਜੀਵੀਐਸ ਸਿੱਧੂ ਨੇ ਲਿਖੀ ਆ। ਹਾਲਾਂਕਿ ਜਿਵੇਂ ਜੀਵੀਐਸ ਸਿੱਧੂ ਕਹਿੰਦਾ ਕਿ ਮੈਨੂੰ ਠੋਕਰ ਲੱਗੀ ਸੀ, ਮੇਰੇ ਮਨ ਨੂੰ ਤਕਲੀਫ ਹੋਈ ਸੀ, ਇਹੀ ਤਕਲੀਫ ਜਨਰਲ ਸਵੇਗ ਸਿੰਘ ਨੂੰ ਹੋਈ ਸੀ ਤੇ ਇਹੀ ਤਕਲੀਫ ਭਾਈ ਸਰਦਾਰ ਕਪੂਰ ਸਿੰਘ ਜੀ ਨੂੰ ਹੋਈ ਸੀ। ਜਦੋਂ ਸਰਦਾਰ ਕਪੂਰ ਸਿੰਘ ਅਤੇ ਜਨਰਲ ਸਵੇਗ ਸਿੰਘ ਨੂੰ ਠੋਕਰ ਲੱਗੀ, ਉਹਨਾਂ ਨੇ ਕਿਹੜਾ ਰਾਹ ਫੜਿਆ ਉਹ ਵੀ ਸਭ ਦੇ ਸਾਹਮਣੇ ਆ, ਤੇ ਜਦੋਂ ਜੀਵੀਐਸ ਸਿੱਧੂ ਨੂੰ ਠੋਕਰ ਲੱਗੀ ਉਹ ਵੀ ਆਪਾਂ ਨੂੰ ਪਤਾ। ਪਰ ਇੱਕ ਗੱਲ ਇੱਥੇ ਹੈ ਕਿ 1984 ਦੇ ਘਾਣ ਤੋਂ ਬਾਅਦ ਵਿੱਚ ਇੱਕ ਗੱਲ ਇਹਨੇ ਆਪਦੀ ਕਿਤਾਬ 'ਚ ਲਿਖੀ ਆ ਕਿ ਮੈਂ ਕਿਸੇ ਡਾਕਖਾਨੇ ਗਿਆ ਤੇ ਉੱਥੇ ਜਿਹੜਾ ਸਾਹਮਣੇ ਮੇਰੇ ਬੰਦਾ ਕੋਈ ਆ ਗਿਆ ਜਿਹਨੇ ਬਹੁਤ ਹਲਕੇ ਦਰਜੇ ਦੀ ਗੱਲ ਕਹੀ ਵੀ ਇਹ ਸਿੱਖ ਅਜੇ ਵੀ ਇੱਥੇ ਤੁਰੇ ਫਿਰਦੇ ਆ। ਤੋ ਇਹੋ ਜਿਹੀਆਂ ਗੱਲਾਂ ਕਰਨ ਦਾ ਜਾਂ ਇਹੋ ਜਿਹੀਆਂ ਗੱਲਾਂ ਦੱਸਣ ਦਾ ਮਤਲਬ ਕੀ ਆ? ਮਤਲਬ ਇਹ ਆ ਕਿ ਜੀ ਸਾਡੇ ਨਾਲ ਤਾਂ ਆਪ ਬੜੀ ਮਾੜੀ ਹੋਈ ਆ, ਤੇ ਇਹ ਕਹਿੰਦਾ ਸਿੱਖ ਅਜੇ ਵੀ ਭਾਰਤ 'ਚ ਘੁੰਮਦੇ ਨੇ, ਤੇ ਪਰ ਕਹਿੰਦਾ ਵੀ ਮੈਂ ਉਹਨੂੰ ਗੁੱਸੇ ਨੂੰ ਪੀ ਗਿਆ। ਹੁਣ ਸਿੱਖਾਂ ਦੀ ਦੁਰਗਤੀ, ਸਿੱਖਾਂ ਦੀ ਅਸਲ ਹਾਲਤ ਇਉਂ ਲਿਖਣ ਦਾ ਕੀ ਅਰਥ ਵਾ ਜਦੋਂ ਤੁਸੀਂ ਬੋਲਣਾ ਨਹੀਂ, ਕੁਝ ਰਿਐਕਟ ਨਹੀਂ ਕਰਨਾ। ਦੂਜੇ ਪਾਸੇ ਉਹ ਲਿਖਦਾ ਕਿ ਜਦੋਂ ਆਮ ਤੌਰ ਤੇ ਰਾਜ ਦੇ ਹੈੱਡਕੁਆਟਰ ਦੇ ਵਿੱਚ 3 ਸਾਲ ਤੋਂ ਵੱਧ ਕਿਸੇ ਨੂੰ ਰੱਖਿਆ ਨਹੀਂ ਜਾਂਦਾ, ਕਿਸੇ ਅਧਿਕਾਰੀ ਨੂੰ ਨੌਕਰੀ ਤੇ, ਪਰ ਮੈਨੂੰ ਬਹੁਤ ਲੰਮਾ ਸਮਾਂ, ਘੱਟੋ ਘੱਟ 10 ਸਾਲ ਜਿਹੜਾ ਹੈ ਮੈਨੂੰ ਉੱਥੇ ਰੱਖਿਆ ਗਿਆ। ਤੇ ਮੈਂ ਇਸ ਗੱਲ ਬਾਰੇ ਇੱਕ ਦਿਨ ਆਪਦੇ ਸੀਨੀਅਰ ਅਫਸਰ ਨੂੰ ਦੱਸਿਆ, ਉਹ ਸੀ AK ਵਰਮਾ। ਕਹਿੰਦੇ ਮੈਂ ਉਹਨੂੰ ਇਸ ਗੱਲ ਬਾਰੇ ਕਿਹਾ ਵੀ ਮੇਰੇ ਪਰਿਵਾਰ ਦਾ ਮੇਰੇ ਕੋਲ ਕੁਰਸੀਨਾਮਾ ਵਾ ਜਿਹਦੇ ਚ ਪਿਛਲੀਆਂ 100 ਪੀੜ੍ਹੀਆਂ ਦਾ ਜ਼ਿਕਰ ਆ, ਜਿਹਦੇ ਵਿੱਚ ਪਿਛਲੀਆਂ 18 ਪੀੜ੍ਹੀਆਂ ਸਿੱਖੀ ਨਾਲ ਰਹੀਆਂ ਨੇ। ਅਸੀਂ ਭਾਰਤ 'ਚ ਹੀ ਪੈਦਾ ਹੋਏ ਆ, ਇੱਥੇ ਹੀ ਸਾਡੇ ਪੂਰਵਜ ਰਹੇ ਆ, ਅਸੀਂ ਮਰੇ ਆ, ਤੇ 1800 ਈਸਵੀ ਤੋਂ ਲੈ ਕੇ ਹੁਣ ਤੱਕ ਮੈਂ ਪੂਰਾ ਰਿਕਾਰਡ ਕੱਢੀ ਬੈਠਾ, ਜਿਹੜੇ ਵੇਰਵੇ ਹਰਿਦੁਆਰ ਜਾਂ ਕੀਰਤਪੁਰ ਤੋਂ ਮਿਲਦੇ ਆ। ਤੇ ਇਹ ਸਾਰਾ ਕੁਝ ਦੱਸ ਕੇ ਕਹਿੰਦਾ ਮੈਂ ਉਹਨੂੰ ਆਖਿਆ ਬਈ ਮੈਂ ਇਸ ਮੁਲਕ ਦਾ, ਮੇਰੀਆਂ ਪਿਛਲੀਆਂ 100 ਸਦੀਆਂ 100 ਪੁਸ਼ਤਾਂ ਦਾ ਮੈਂ ਆ ਵੇਰਵੇ ਚੱਕੀ ਫਿਰਦਾ ਕਿ ਮੈਂ ਭਾਰਤੀ ਆ, ਪਰ ਮੇਰੇ ਜਿਹੇ ਪਿਛੋਕੜ ਵਾਲੇ ਵਿਅਕਤੀ ਉੱਤੇ ਭਰੋਸਾ ਨਹੀਂ ਕੀਤਾ ਜਾ ਰਿਹਾ, ਜਦੋਂ ਕਿ ਵਿਦੇਸ਼ੀ ਮੂਲ ਦੀ ਪਹਿਲੀ ਪੀੜ੍ਹੀ ਦੀ ਸ਼ਖਸ ਦੇਸ਼ ਦੇ ਪ੍ਰਧਾਨ ਮੰਤਰੀ ਦੀ ਪਤਨੀ ਵਜੋਂ ਇੱਕ ਸਫਦਰਜੰਗ ਰੋਡ ਵਿਖੇ ਰਹਿ ਰਹੀ ਹੈ। ਕਹਿਣ ਤੋਂ ਭਾਵ ਉਹਦਾ ਇਹ ਸੀ ਕਿ ਰਾਜੀਵ ਗਾਂਧੀ ਦੀ ਘਰ ਵਾਲੀ ਸੋਨੀਆ ਗਾਂਧੀ ਵਿਦੇਸ਼ੀ ਆ, ਉਹ ਤਾਂ ਤੁਹਾਨੂੰ ਮਨਜ਼ੂਰ ਆ, ਪਰ ਮੈਂ 100 ਸਾਲ ਤੋਂ ਇਸ ਮੁਲਕ ਦਾ ਬਸ਼ਿੰਦਾ ਆ, 100 ਪੀੜ੍ਹੀਆਂ ਤੋਂ ਮੇਰਾ ਟੱਬਰ ਇੱਥੇ ਰਿਹਾ, ਮੇਰੇ ਤੇ ਤੁਹਾਨੂੰ ਡਾਊਟ ਆ, ਮੇਰੇ ਤੇ ਸ਼ੱਕ ਆ, ਕਿਉਂਕਿ ਮੈਂ ਸਿੱਖ ਵਾਂ। ਜਿਸ ਮੁਲਕ ਵਿੱਚ, ਜਿਸ ਸਿਸਟਮ ਦੇ ਵਿੱਚ ਸਿੱਖ ਦੀ ਕਦਰ ਇਹ ਹੋਵੇ,
ਉਸ ਮੁਲਕ 'ਚ ਉਸ ਸਿਸਟਮ 'ਚ ਯਕੀਨ ਰੱਖਣ ਦੀਆਂ ਦਿਹਾਈਆਂ ਦੇਣੀਆਂ ਤੇ ਸਾਨੂੰ ਕਹਿਣਾ, ਮੈਂ ਕਹਿੰਦਾ ਹੁੰਦਾ ਸਾਨੂੰ ਕਹਿੰਦੇ ਆ ਜੀ ਕਮਲੇ ਆ ਜਿਹੜੇ ਲੋਕ ਇੰਡੀਅਨ ਸਟੇਟ ਸਿਸਟਮ 'ਚ ਯਕੀਨ ਰੱਖਦੇ ਆ ਨਾ, ਸਾਡੇ ਨੂੰ ਕਮਲੇ ਕਹਿੰਦੇ ਆ, ਪਰ ਅਸੀਂ ਕਮਲੇ ਵਧੀਆ, ਇੰਨੇ ਸਿਆਣੇ ਵੀ ਨਹੀਂ ਹੋਣੇ ਚਾਹੀਦਾ ਕਿ ਬੇਗੈਰਤ ਹੋ ਕੇ ਜੀਵੀਏ। ਸੱਚੇ ਪਾਤਸ਼ਾਹ ਸਾਨੂੰ ਇਹੋ ਜਿਹੇ ਹੀ ਰੱਖਣ ਤੇ ਚੜ੍ਹਦੀ ਕਲਾ ਲਈ ਕੰਮ ਕਰੀਏ। ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਇਸ ਕਿਤਾਬ ਬਾਰੇ, ਇਹਦੇ ਵੱਖ-ਵੱਖ ਪੱਖਾਂ ਬਾਰੇ ਚਰਚਾ ਕਰਾਂਗੇ ਕਿ ਕਿਵੇਂ ਖਾਲਿਸਤਾਨ ਦੇ ਸੰਘਰਸ਼ ਨੂੰ ਘੇਰਿਆ ਜਾ ਰਿਹਾ ਲਿਖਤਾਂ ਰਾਹੀਂ, ਰਿਟਾਇਰ ਅਫਸਰਾਂ ਰਾਹੀਂ। ਪਹਿਲਾਂ ਡਾਕਟਰ ਸੰਗਤ ਸਿੰਘ ਨੇ ਵੀ ਇਹ ਕੋਸ਼ਿਸ਼ ਕੀਤੀ ਸੀ, ਹੁਣ ਇਹ ਕਿਤਾਬ ਆਈ ਆ। ਸੋ ਕਿਤਾਬਾਂ ਰਾਹੀਂ, ਲਿਖਤਾਂ ਰਾਹੀਂ, ਟੀਵੀ ਰਾਹੀਂ ਸਾਡੀ ਕੌਮ ਦੀ ਜਿਹੜੀ ਘੇਰਾਬੰਦੀ ਹੋ ਰਹੀ ਆ ਉਹਦੇ ਉੱਤੇ ਆਪਾਂ ਨੂੰ ਚਰਚਾ ਕਰਦੇ ਕਰਾਉਣੇ ਰਹਿਣਾ ਚਾਹੀਦਾ। ਮਾਣ ਆ ਉਹਨਾਂ ਸਰਦਾਰ ਕਪੂਰ ਸਿੰਘ ਵਰਗਿਆਂ ਤੇ ਜਿਨ੍ਹਾਂ ਨੇ ਇਸ ਸਟੇਟ ਸਿਸਟਮ ਨੇ ਜਦੋਂ ਇਹਨਾਂ ਨੂੰ ਸਤਾਇਆ ਉਦੋਂ ਬਾਗੀ ਹੋ ਕੇ ਸਿੱਖੀ ਦਾ, ਪੰਥ ਦਾ ਭਲਾ ਕੀਤਾ ਤੇ ਸਾਡੇ ਖਾਲਿਸਤਾਨੀ ਸੰਘਰਸ਼ ਦੇ ਵੱਲੋਂ ਸਰਦਾਰ ਕਪੂਰ ਸਿੰਘ ਵਰਗੇ, ਜਨਰਲ ਸਵੇਗ ਸਿੰਘ ਵਰਗੇ ਤੇ ਉਹਨਾਂ ਸਾਰਿਆਂ ਨੂੰ ਸਲਾਮ ਆ ਜਿਨ੍ਹਾਂ ਨੇ ਈਨ ਨਹੀਂ ਮੰਨੀ ਤੇ ਦੁਸ਼ਮਣ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਲੜੇ, ਜੂਝੇ ਅਤੇ ਕੌਮ ਦੇ ਲੇਖੇ ਲੱਗੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।